ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੁਨੀਆ ਦਾ ਲੀਡਰ ਹੈ ਕਿ ਨਹੀਂ ਹੈ? ਅਮਰੀਕਾ ਗਲੋਬਲ ਲੀਡਰ ਹੈ ਕਿ ਨਹੀਂ ਹੈ? ਅਮਰੀਕਾ ਨੰਬਰ 1 ਕੰਟਰੀ, ਨੰਬਰ 1 ਨੇਸ਼ਨ ਹੈ ਕਿ ਨਹੀਂ ਹੈ? ਤੇ ਅਮਰੀਕਾ ਦਾ ਰੋਲ ਕੀ ਹੈ ਅੱਜ ਪੂਰੀ ਦੁਨੀਆ ਦੇ ਸਾਰੇ ਘਟਨਾਕ੍ਰਮ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। अपने पॉलिटिकल एनालिस्ट जगरूप सेखों होरा कोलों मेरे नाल स्टूडियोज़ दे विच मौजूद ने। सेखों साहब, वेलकम टू NRI वर्ड। थैंक यू। पहला सवाल, अमेरिका एक सुपर कंट्री है, अमेरिका दुनिया का नंबर 1 कंट्री है, अमेरिका ग्लोबल लीडर है, अमेरिका दुनिया का एक लीडर के रूप दे विच आगू है। ये किन्नी सच्चाई है इस स्टेटमेंट दे विच सेखों साहब? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀ ਕਿ ਅਮਰੀਕਾ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਤਾਕਤ ਦੇ ਤੌਰ ਤੇ ਉੱਭਰਿਆ ਸੀਗਾ ਔਰ ਇਹ ਉਸ ਸਮੇਂ ਦੇ ਵਿੱਚ ਇਹਨੇ ਇੱਕ ਵਿਚਾਰਧਾਰਾ ਨੂੰ ਜਿਹੜਾ ਲੀਡ ਕੀਤਾ ਵਾ, ਇੱਕ ਧੜੇ ਨੂੰ ਲੀਡ ਕੀਤਾ ਵਾ। ਇਹ ਠੀਕ ਆ ਕਿ 1990 ਤੱਕ ਦੋ ਵੱਡੀਆਂ ਮਹਾਸ਼ਕਤੀਆਂ ਜਿਹਨੂੰ ਕਹਿੰਦੇ ਸੁਪਰ ਪਾਵਰਸ ਇਸ ਗਲੋਬ ਦੇ ਉੱਤੇ ਸੀਗੀਆਂ। ਇੱਕ ਸੋਵੀਅਤ ਯੂਨੀਅਨ ਸੀਗਾ, ਦੂਸਰਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਸੀਗਾ। 90 ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਹੈਗਾ ਉਹਦਾ ਡਿਸਇੰਟੀਗ੍ਰੇਸ਼ਨ ਹੋਣ ਤੋਂ ਬਾਅਦ ਫਿਰ ਅਮਰੀਕਾ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਜਿਹੜੀ ਉਹ ਆਪਣੇ ਆਪ ਜਿਹੜੀ ਇੱਕ ਸੁਪਰ ਪਾਵਰ ਰਹੀ। ਵਿਚਾਰਧਾਰਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ, ਮਿਲਟਰੀ ਦੇ ਤੌਰ ਦੇ ਉੱਤੇ ਜਿੰਨੀਆਂ ਸਾਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੀਆਂ ਵਾ ਸਾਰੀਆਂ ਦੇ ਉੱਤੇ ਆਲਮੋਸਟ ਇਹਦਾ ਦਬਦਬਾ ਹੈਗਾ ਇਹਦੇ ਵਿੱਚ। ਇਹ ਠੀਕ ਆ ਕਿ ਪਿਛਲੇ 10-15 ਸਾਲਾਂ ਤੋਂ ਅਸੀਂ ਕਹਿੰਦੇ ਹਾਂ ਕਿ ਬਾਈਪੋਲੈਰਿਟੀ ਤੋਂ ਯੂਨੀਪੋਲੈਰਿਟੀ ਆਈ ਤੇ ਯੂਨੀਪੋਲੈਰਿਟੀ ਤੋਂ ਜਿਹੜੀ ਹੈਗੀ ਮਲਟੀਪੋਲੈਰਿਟੀ ਆਈ ਔਰ ਮਲਟੀਪੋਲੈਰਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਚਾਈਨਾ ਜਿਹੜਾ ਹੈਗਾ ਉਹ ਇਮਰਜ ਹੋਇਆ, ਉਹਦੇ ਵਿੱਚੋਂ ਯੂਰਪੀਅਨ ਯੂਨੀਅਨ ਜਿਹੜੀ ਸੀਗੀ ਉਹ ਥੋੜ੍ਹੀ ਬਹੁਤੀ ਇਵੋਲਵ ਹੋਈ ਆ, ਜਾਂ ਉਹਦੇ ਵਿੱਚ ਜਰਮਨ ਇਵੋਲਵ ਹੋਇਆ। ਤਾਂ ਇਸ ਕਰਕੇ ਜਾਂ ਹੋਰ ਜਿਹੜੇ ਦੇਸ਼ ਹੈਗੇ ਆ, ਜਾਪਾਨ ਹੈ ਇਕਨੋਮਿਕ ਤੌਰ ਤੇ ਜਿਹੜਾ ਇਮਰਜ ਹੋਇਆ ਵਾ। ਪਰ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ, ਚਾਹੇ ਉਹ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ, ਚਾਹੇ ਵਿਚਾਰਧਾਰਕ ਤੌਰ ਦੇ ਉੱਤੇ, ਚਾਹੇ ਜਿਹੜੀ ਪੋਲੀਟੀਕਲ ਜਿਹੜੀ ਹੈਗੀ ਤੁਹਾਡੀ ਸਿਸਟਮ ਦੇ ਤੌਰ ਦੇ ਉੱਤੇ, ਜਾਂ ਕਿਸੇ ਵੀ ਹੋਰ ਆਪਾਂ ਪੈਰਾਮੀਟਰ ਲਾਇਆ ਜਾਵੇ, ਇੰਡਸਟਰੀਅਲ ਦੇ ਤੌਰ ਤੇ ਲਾਇਆ ਜਾਵੇ, ਜਾਂ ਉਹਦੀ ਜਿਹੜੀ ਐਕਸਪੋਰਟ ਆ ਇੰਪੋਰਟ ਵਾ, ਉਹਦੀ ਇਕੋਨਮੀ ਦਾ ਜਿਹੜਾ ਸਾਈਕਲ ਹੈ, ਸਰਕਲ ਹੈ, ਤੇ ਮੈਨੂੰ ਲੱਗਦਾ ਵੀ ਅਜੇ ਵੀ ਦੁਨੀਆ ਦੀ ਜਿਹੜੀ ਹੈਗੀ ਸਭ ਤੋਂ ਵੱਡੀ ਤਾਕਤ ਕਿਹਾ ਜਾ ਸਕਦਾ ਵੀ ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੀ ਹੈਗਾ। ਕਿਹਾ ਜਾਂਦਾ ਹੈ ਕਿ ਅਮਰੀਕਾ ਦਾ ਬਿਜ਼ਨਸ ਹੈ ਬਿਜ਼ਨਸ ਕਰਨਾ। ਅਮਰੀਕਾ ਇੱਕ ਬਿਜ਼ਨਸਮੈਨ ਹੈ ਔਰ ਜਿੱਥੋਂ ਫਾਇਦਾ ਦੇਖਦਾ ਹੈ ਉਧਰ ਜਾਂਦਾ ਹੈ ਔਰ ਉਸੇ ਤਰ੍ਹਾਂ ਦੀ ਹੀ ਸਾਰੀ ਸਟ੍ਰੈਟਜੀ ਬਣਾਉਂਦਾ ਹੈ। ਔਰ ਦੁਨੀਆ ਭਰ ਦੇ ਜਿਹੜੇ ਦੇਸ਼ਾਂ ਦੇ ਨਾਲ ਉਹਦੇ ਸੰਬੰਧ ਨੇ ਉਹ ਬਿਜ਼ਨਸ ਆਧਾਰਿਤ ਨੇ, ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਇਕੋਨੋਮਿਕ ਪਾਵਰ ਸਭ ਤੋਂ ਵੱਡੀ ਪਾਵਰ ਮੰਨੀ ਜਾਂਦੀ ਹੈ। ਔਰ ਇਸ ਪਾਵਰ ਦੀ ਖੇਡ ਦੇ ਵਿੱਚ ਅਮਰੀਕਾ ਕਿੱਡਾ ਵੱਡਾ ਖਿਡਾਰੀ ਹੈ ਸੇਖੋਂ ਸਾਹਿਬ? ਨਹੀਂ, ਖਿਡਾਰੀ ਤਾਂ ਤੁਸੀਂ ਦੇਖੋ ਨਾ ਕਿ ਮੈਂ ਜੇ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖੀਏ ਕਿ 1947 ਤੋਂ ਬਾਅਦ ਭਾਵੇਂ ਕਿ ਸਾਡੇ ਰਾਜਨੀਤਿਕ ਸਬੰਧ ਜਾਂ ਮਿਲਟਰੀ ਸਬੰਧ ਰੂਸ ਦੇ ਨਾਲ ਜ਼ਿਆਦਾ ਚੰਗੇ ਸੀ, ਪਰ ਆਰਥਿਕ ਤੌਰ ਤੇ ਸਾਡਾ ਵਪਾਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਜਿਹੜਾ ਸੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਲ ਹੁੰਦਾ। ਤਾਂ ਯੂਨਾਈਟਿਡ ਸਟੇਟ ਆਫ ਅਮਰੀਕਾ ਦਾ ਜਿਹੜਾ ਟ੍ਰੇਡ ਹੈਗਾ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ, ਚਾਹੇ ਚਾਈਨਾ ਲੈ ਲਈਏ, ਜਾਪਾਨ ਲੈ ਲਈਏ, ਯੂਰਪ ਦੇ ਦੂਸਰੇ ਸਾਰਿਆਂ ਦੇ ਨਾਲ ਹੀ ਹੈਗਾ ਇਹਦੇ ਵਿੱਚੋਂ। ਔਰ ਇੱਕ ਉਸ ਮਾਮਲੇ ਦੇ ਵਿੱਚ ਉਹਨੂੰ ਕਹਿ ਦਈਏ ਕਿ ਮਹਾ ਸ਼ਕਤੀ ਇਸ ਕਰਕੇ ਹੈਗਾ ਕਿ ਉੱਥੇ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈਗੀਆਂ ਦੁਨੀਆ ਦੇ ਵਿੱਚ ਇਸ ਵੇਲੇ ਜਿੰਨੀਆਂ ਵੀ ਤੁਹਾਡੇ ਕੋਲ ਤੁਸੀਂ ਦੇਖੋ, ਚਾਹੇ ਟੈਕਨੋਲੋਜੀ ਦੇ ਤੌਰ ਦੇ ਉੱਤੇ ਹੈਗਾ ਵਾ, ਚਾਹੇ ਕੋਈ ਇੰਡਸਟਰੀਅਲ ਬੇਸ ਦੇ ਤੌਰ ਦੇ ਉੱਤੇ ਹੈਗਾ, ਮੈਨੂਫੈਕਚਰਿੰਗ ਦੇ ਤੌਰ ਦੇ ਉੱਤੇ ਹੈਗਾ, ਤੇ ਜਿੰਨੀਆਂ ਵੀ ਵੱਡੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈਗੀਆਂ ਜਿਨ੍ਹਾਂ ਦਾ ਦੁਨੀਆ ਦੀ ਰਾਜਨੀਤੀ ਦੇ ਵਿੱਚ ਤੇ ਵੱਖ-ਵੱਖ ਦੇਸ਼ਾਂ ਦੀ ਰਾਜਨੀਤੀ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਹੈਗੀ, ਉਹਨਾਂ 'ਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹ ਅਮਰੀਕਾ ਦੇ ਵਿੱਚ ਹੀ ਉਹਨਾਂ ਦਾ ਓਰੀਜਨ ਹੈਗਾ। ਤਾਂ ਇਸ ਕਰਕੇ ਜਿਹੜਾ ਅਮਰੀਕਾ ਦਾ ਜਿਹੜਾ ਪਾਵਰ ਸਟਰਕਚਰ ਹੈਗਾ, ਅਮਰੀਕਾ ਦੀ ਜਿਹੜੀ ਵਿਚਾਰਧਾਰਾ ਹੈਗੀ ਆ, ਜਾਂ ਅਮਰੀਕਾ ਦਾ ਜਿਹੜਾ ਸਾਰਾ ਬੇਸ ਹੈਗਾ, ਕਿਉਂਕਿ ਲਿਬਰਲ ਜਿਹੜੀ ਹੈਗੀ ਵਿਚਾਰਧਾਰਾ ਦੀ ਗੱਲ ਕਰਦਾ ਹੈ, ਓਪਨ ਟ੍ਰੇਡ ਦੀ ਗੱਲ ਕਰਦਾ ਹੈ, ਇਹ ਖਾਸ ਕਰਕੇ ਜਿਹਨੂੰ ਕਹਿੰਦੇ ਆ ਕਿ ਪੂੰਜੀਵਾਦ ਦੀ ਗੱਲ ਕਰਦਾ ਹੈ। ਔਰ ਇਹ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਜਿਹੜੀ ਉਹ ਵਿਚਾਰਧਾਰਾ ਕਿਸੇ ਸਮੇਂ ਦੇ ਵਿੱਚ ਨੂੰ ਟੱਕਰ ਦਿੰਦੀ ਹੁੰਦੀ ਸੀ ਕਿ ਇੱਕ ਹੋਰ ਆਲਟਰਨੇਟਿਵ ਵਿਚਾਰਧਾਰਾ ਹੈਗੀ ਆ, ਉਹਦਾ ਮੱਧਮ ਪੈਣ ਦੇ ਨਾਲ ਤੇ ਫਿਰ ਅਲਟੀਮੇਟਲੀ ਜਿਹੜੀ ਅਮਰੀਕਨ ਵਿਚਾਰਧਾਰਾ ਸੀ ਲਿਬਰਟੀ ਵਾਲੀ ਜਿਹਦੀ ਗੱਲ ਕਰਦੇ, ਲਿਬਰਟੀ ਇਕੁਐਲਿਟੀ ਫਰਟਰਨਿਟੀ ਦੀ ਗੱਲ ਕਰਦੇ ਆ, ਪਰ ਉਹ ਕੋਟਡ ਵਰਡ ਦੇ ਵਿੱਚ ਹੈਗਾ। ਔਰ ਉਹ ਜਿਹੜੀ ਲਿਬਰਟੀ ਉਹਨਾਂ ਦੇ ਆਪਣੇ ਮੁਲਕ ਵਾਸਤੇ ਹੋਰ ਹੈਗੀ ਆ, ਜਾਂ ਦੂਸਰੇ ਮੁਲਕਾਂ ਵਾਸਤੇ ਜਿਹੜੀ ਉਹਦੀ ਲਿਬਰਟੀ ਦੀ ਜਿਹੜੀ ਡੈਫੀਨੇਸ਼ਨ ਉਹ ਹੋਰ ਹੈਗੀ ਆ। ਪਰ ਸਾਰਾ ਕੁਝ ਜਿਹੜਾ ਹੈਗਾ ਉਹਦੇ ਲਈ ਆਪਣਾ ਹਰ ਦੇਸ਼ ਲਈ ਨੈਸ਼ਨਲ ਇੰਟਰਸਟ ਜਿਹੜਾ ਸੁਪਰੀਮ ਹੁੰਦਾ। ਔਰ ਪਰ ਕਿਉਂਕਿ ਅਮਰੀਕਾ ਦਾ ਜਿਹੜਾ ਨੈਸ਼ਨਲ ਇੰਟਰਸਟ ਹੈਗਾ ਵਾ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੀ ਇਕੋਨਮੀ ਨੂੰ ਜਿਹੜਾ ਸਸਟੇਨ ਕਰ ਰਿਹਾ,
ਤੁਸੀਂ ਦੇਖੋ ਕਿ ਖਾਸ ਕਰਕੇ ਇਸ ਵੇਲੇ ਜਾਂ ਪਹਿਲੇ ਸਮਿਆਂ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਜਿਹੜਾ ਸੀ ਇਕਨੋਮਿਕ ਗਰੋਥ ਨੂੰ ਸੀਗਾ, ਜਾਂ ਇਹ ਜਿਹੜੀ ਤੁਹਾਡਾ ਉਹਨਾਂ ਦਾ ਢਾਂਚਾ ਸੀਗਾ, ਪਰ ਉਹਦੇ ਵਿੱਚ ਇਨਬਿਲਟ ਮੈਕੈਨਿਜ਼ਮ ਦੇ ਨਾਲ ਉਹਨਾਂ ਨੇ ਉਸ ਜਿਹੜਾ ਹੈਗਾ ਸਮੱਸਿਆ ਦਾ ਸਮਾਧਾਨ ਕੱਢਿਆ। ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਕਿ ਦੁਨੀਆ ਦਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਟ੍ਰੇਡ ਜਿਹੜਾ ਹੈਗਾ ਵਾ ਉਹ ਅਮਰੀਕਨ ਡਾਲਰ ਦੇ ਤੌਰ ਤੇ ਹੋ ਰਿਹਾ। ਤੇ ਇਹ ਤਾਂ ਗੱਲ ਬਹੁਤ ਕਲੀਅਰ ਹੈਗੀ ਆ ਕਿ ਜਿਸ ਦੇਸ਼ ਦਾ ਸਿੱਕਾ ਚੱਲਦਾ ਹੈ ਉਹ ਦੇਸ਼ ਦੀ ਇਕਨੋਮਿਕ ਪਾਵਰ ਦੀ ਐਕਸੈਪਟੈਂਸ ਦੂਸਰੇ ਦੇਸ਼ਾਂ ਵਿੱਚ ਹੋਣ ਕਰਕੇ ਜਿਹੜਾ ਉਹਦਾ ਉਹ ਸਿੱਕਾ ਚੱਲਦਾ ਹੈ। ਤੋ ਇਸ ਕਰਕੇ ਇਹ ਜਿਹੜੀ ਅਮਰੀਕਾ ਹੈਗੀ ਆ ਇਹਦਾ ਜਿਹੜਾ ਬੇਸ ਹੈਗਾ ਇਸ ਇਕਨੋਮੀ ਦਾ, ਜਾਂ ਉਹਦੇ ਨਾਲ ਹੀ ਜਿਹੜੀ ਤੁਹਾਡਾ ਮਿਲਟਰੀ ਬੇਸ ਜਿਹੜਾ ਹੈਗਾ ਵਾ, ਜਾਂ ਇਹਦੇ ਨਾਲ ਜਿਹੜਾ ਵਿਚਾਰਧਾਰਕ ਬੇਸ ਹੈਗਾ ਵਾ, ਉਹ ਬਹੁਤ ਸਟਰੋਂਗ ਹੈਗਾ ਕਿ ਜਿਹਦੇ ਨਾਲ ਉਹ ਆਮ ਦੇਸ਼ਾਂ ਦੇ ਉੱਤੇ ਜਿਹੜੀ ਉਹ ਛਾਪ ਛੱਡਦਾ ਵਾ, ਔਰ ਆਮ ਦੇਸ਼ਾਂ ਨੂੰ ਜਿਹੜਾ ਹੈਗਾ ਆਪਣੇ ਹਿੱਤਾਂ ਮੁਤਾਬਕ ਹੀ ਜਿਹੜਾ ਉਹ ਢਾਲਦਾ ਵਾ। ਚਾਹੇ ਉਹ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਸੀਗਾ, ਜਾਂ ਹੁਣ ਇਸ ਵੇਲੇ ਇੰਡੀਆ ਦੇ ਵਿੱਚ ਆ ਜਿਹਨੂੰ ਉਹ ਬਹੁਤ ਵੱਡੀ ਮੰਡੀ ਸਮਝਦਾ ਵਾ, ਜਾਂ ਉਹਦੇ ਲਈ ਮਾਰਕੀਟ ਹੈਗੀ ਆ ਜਿੱਦਾਂ ਤੁਸੀਂ ਗੱਲ ਕੀਤੀ ਆ। ਉਹਦਾ ਇੰਟਰਸਟ ਜਿਹੜਾ ਹੈਗਾ ਵਾ ਉਹ ਇਕਨੋਮਿਕ ਇੰਟਰਸਟ ਹੈਗਾ ਵਾ, ਉਹਦਾ ਇੰਟਰਸਟ ਜਿਹੜਾ ਬਿਜ਼ਨਸ ਇੰਟਰਸਟ ਹੈਗਾ, ਉਹਦਾ ਇੰਟਰਸਟ ਜਿਹੜਾ ਹੈਗਾ ਜਿਹੜੀਆਂ ਉੱਥੋਂ ਦੀਆਂ ਵੱਡੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈਗੀਆਂ ਵਾ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ। ਜੀ ਸੇਖੋ ਸਾਹਿਬ, ਲਿਵਿੰਗ ਫॉर ਐਕਸੈਸ ਇਜ਼ ਦੀ ਅਮਰੀਕਨ ਵੇ ਆਫ ਲਾਈਫ, ਅਕਸਰ ਇਹ ਗੱਲ ਸੁਣਨ ਵਿੱਚ ਆਉਂਦੀ ਹੈ। G20 ਦੇ ਵਿੱਚ ਕਿਹਾ ਗਿਆ ਕਿ ਅਸੀਂ ਜੋ ਵੀ ਸਾਡੀਆਂ ਆਪਣੀਆਂ ਸੈਲਫ ਇੰਟਰਸਟ ਦੀਆਂ ਗੱਲਾਂ ਨੇ ਉਸ ਨੂੰ ਛੱਡ ਦਿਆਂਗੇ, ਜੀਓ ਪੋਲਿਟਿਕਸ ਨੂੰ ਛੱਡ ਦਿਆਂਗੇ, ਜੀਓ ਇਕਨੋਮਿਕਸ ਨੂੰ ਛੱਡ ਦਿਆਂਗੇ, ਅਸੀਂ ਸਿਰਫ ਗੱਲ ਕਰਾਂਗੇ ਗਲੋਬਲ ਕਮਿਊਨਿਟੀ ਦੀ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਅਸੀਂ ਆਪਣੇ ਸੌੜੇ ਹਿੱਤਾਂ ਤੋਂ ਉੱਤੇ ਉੱਠ ਕੇ G20 ਦੇ ਵਿੱਚ ਸਾਰੇ ਮੁਲਕਾਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਪੂਰੀ ਧਰਤੀ ਦੀ ਬਿਹਤਰੀ ਵਾਸਤੇ ਕੰਮ ਕਰਾਂਗੇ। ਰਸ਼ੀਆ ਦੂਰ ਰਿਹਾ ਜੋ ਕਿਸੇ ਵਕਤ ਸ਼ੀਤ ਯੁੱਧ ਦੇ ਵਿੱਚ ਕੰਪੀਟੀਸ਼ਨ ਕਰਦਾ ਸੀ ਅਮਰੀਕਾ ਦਾ, ਔਰ ਚਾਈਨਾ ਵੀ ਦੂਰ ਰਿਹਾ ਜੋ ਅੱਜ ਅਮਰੀਕਾ ਦਾ ਕੰਪੀਟੀਸ਼ਨ ਕਰਨ ਦੀ ਗੱਲ ਕਰਦਾ ਹੈ। ਸੋ ਦੋਵਾਂ ਦੀ ਐਬਸੈਂਸ ਦੇ ਵਿੱਚ ਅਮਰੀਕਾ ਨੇ G20 ਨੂੰ ਪੂਰੀ ਤਰ੍ਹਾਂ ਨਾਲ ਆਪਣੇ ਵੱਲ ਮੋੜਿਆ ਤੇ ਬਾਜ਼ੀ ਮਾਰ ਗਿਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਸੇਖੋ ਸਾਹਿਬ? ਕੋ ਪਾਵਰ ਤਾਂ ਹੈਗੀ ਆ, ਉਹ ਜਿਹੜੀ ਖਾਸ ਕਰਕੇ ਤੁਸੀਂ ਕਿਹਾ ਕਿ ਜਿਹੜੀਆਂ ਉਹਦੇ ਦੋ ਵੱਡੇ ਜਿਹੜੇ ਪ੍ਰਤੀਦਵੰਦੀ ਸੀਗੇ, ਆਪੋਨੈਂਟ ਜਿਹੜੇ ਕੈਂਪ ਦੇ ਵਿੱਚ ਸੀਗੇ, ਰੂਸ ਤੇ ਚੀਨ ਉਹਦੇ ਵਿੱਚੋਂ ਪਛਾਣ ਰਹੇ। ਬਾਕੀ ਜਿਹੜੇ ਦੂਸਰੇ ਹੋਰ ਦੇਸ਼ ਸੀਗੇ ਸਾਰੀ ਉਹਦੀ ਵਿਚਾਰਧਾਰਾ ਦੇ ਨਾਲ ਜੁੜੇ ਆ, ਔਰ ਸਾਰੇ ਲੰਮੇ ਸਮੇਂ ਤੋਂ ਮੋਸਟਲੀ ਜਿਹੜੇ ਯੂਰਪੀਅਨ ਕੰਟਰੀਜ਼ ਹੈਗੇ ਆ ਉਹਦੇ ਨਾਟੋ ਦੇ ਮੈਂਬਰਸ ਵੀ ਰਹੇ ਹੈਗੇ ਆ, ਜਾਂ ਇਸੇ ਤਰੀਕੇ ਨਾਲ ਜਿਹੜਾ ਆਸਟ੍ਰੇਲੀਆ ਹੈਗਾ ਵਾ ਇਹ ਵੀ ਕਿਸੇ ਸਮੇਂ ਉਹਦਾ ਮਿਲਟਰੀ ਅਲਾਇੰਸ ਹੁੰਦਾ ਸੀ, ਐਨਜੀਓਸ ਹੁੰਦਾ ਸੀ, ਉਹਦਾ ਮੈਂਬਰ ਆ ਵਾ। ਸੋ ਇਹਦੇ ਵਿੱਚ ਤਕਰੀਬਨ ਇੱਕੋ ਹੀ ਵਿਚਾਰਧਾਰਾ ਜਿਹੜੀ ਹੈਗੀ ਆ ਉਹਦੀ ਜ਼ਿਆਦਾ ਡੋਮੀਨੈਂਸ ਰਹੀ ਆ, ਤੇ ਉਸ ਵਿਚਾਰਧਾਰਾ ਜਿਹੜੀ ਹੈਗੀ ਉਹਦੇ ਵਿੱਚ ਜਿਹੜਾ ਸੁਪਰੀਮ ਹੈ, ਜਿਹੜਾ ਲੀਡਰ ਹੈ, ਜਿਹੜਾ ਕਹਿ ਦਈਏ ਜਨਮਦਾਤਾ ਤਾਂ ਵੀ ਕਹਿ ਦਈਏ ਉਹ ਹੈਗਾ ਵਾ, ਜਾਂ ਜਿਹੜਾ ਹੈਗਾ ਉਹਨੂੰ ਵਧਾਉਣ ਵਾਲਾ, ਉਹਨੂੰ ਜਿਹੜਾ ਹੈਗਾ ਪ੍ਰੋਟੈਕਟ ਕਰਨ ਵਾਲਾ, ਉਹ ਅਮਰੀਕਾ ਹੀ ਹੈਗਾ ਵਾ। ਤੋ ਇਹ ਕਹਿਣ ਨੂੰ ਬੜੀਆਂ ਗੱਲਾਂ ਚੰਗੀਆਂ ਲੱਗਦੀਆਂ ਹੈਗੀਆਂ, ਇੱਕੋ ਗਲੋਬ ਹੈ, ਇੱਕੋ ਸਾਰਾ ਕੁਝ, ਇੱਦਾਂ ਹੁੰਦਾ ਨਹੀਂਗਾ। ਹਰ ਸਟੇਟ ਦਾ ਆਪਣਾ ਨੈਸ਼ਨਲ ਇੰਟਰਸਟ ਹੈਗਾ, ਔਰ ਉਹ ਨੈਸ਼ਨਲ ਇੰਟਰਸਟ ਹਰ ਸਟੇਟ ਵਾਸਤੇ ਸੁਪਰੀਮ ਹੁੰਦਾ। ਇਹ ਠੀਕ ਹੁੰਦਾ ਕਿ ਜਿਹੜੀਆਂ ਵੱਡੀਆਂ ਤਾਕਤਾਂ ਹੁੰਦੀਆਂ ਵਾ ਉਹਨਾਂ ਕੋਲ ਰਿਸੋਰਸ ਜ਼ਿਆਦਾ ਹੁੰਦੇ ਆ, ਉਹ ਜਿਹੜੀ ਹੈਗੀ ਖਾਸ ਕਰਕੇ ਜਿੱਦਾਂ ਮੈਂ ਕਿਹਾ ਕਿ ਜਿੰਨੀਆਂ ਇੰਟਰਨੈਸ਼ਨਲ ਜਿਹੜੀਆਂ ਤੁਹਾਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੀਆਂ ਵਾ ਉਹਦੇ ਉੱਤੇ ਜ਼ਿਆਦਾਤਰ ਦਬਦਬਾ ਜਿਹੜਾ ਹੈਗਾ ਵਾ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਹੈ, ਔਰ ਕੋਈ ਵੀ ਸਟੇਟ ਇੱਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਨਹੀਂ ਹੈਗੀ। ਤੋ ਇਸ ਕਰਕੇ ਗੱਲ ਤਾਂ ਠੀਕ ਹੈਗੀ ਆ ਕਿ ਅਮਰੀਕਾ ਉਸ ਸਮੇਂ ਦੇ ਵਿੱਚ, ਕਿਉਂਕਿ ਚਾਈਨਾ ਜਿਹੜਾ ਹੈਗਾ ਵਾ ਉਹਨੂੰ ਰਜਿਸਟ ਕਰ ਰਿਹਾ ਹੈ, ਰੂਸ ਆਪਣੇ ਤੌਰ ਤੇ ਉੱਤੇ ਜਿਹੜਾ ਹੈਗਾ ਰਜਿਸਟ ਕਰ ਰਿਹਾ ਵਾ, ਤੋ ਇਸ ਕਰਕੇ ਉਹਨਾਂ ਦਾ ਐਬਸੈਂਸ, ਉਹਨਾਂ ਦੀ ਐਬਸੈਂਸ ਦੇ ਨਾਲ ਨੈਚੁਰਲੀ, ਔਰ ਸਾਡਾ ਦੇਸ਼ ਤਾਂ ਖਾਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਚਾਈਨਾ ਦੇ ਅਮਰੀਕਾ ਦੇ ਨਾਲ ਆਪਣੇ ਰਿਲੇਸ਼ਨ ਬਣਾਉਣ ਡਿਆ ਹੈ, ਜਾਂ ਜਿਸ ਤਰੀਕੇ ਦੇ ਨਾਲ ਉਹ ਗੁੱਡੀ ਵਾਲਾ ਪਾਸਾ ਹੈ, ਉਹ ਚਾਹੇ ਉਹ ਜਿਹੜਾ ਉਦੋਂ ਹੋਇਆ ਸੀ ਇੱਕ ਹੋਡੀ ਉੱਥੇ ਇੱਕ ਫੈਸਟੀਵਲ ਹੋਇਆ ਸੀ ਜਿੱਥੇ ਮੋਦੀ ਸਾਹਿਬ ਗਏ ਸੀਗੇ, ਜਾਂ ਜਿਸ ਤਰੀਕੇ ਦੇ ਨਾਲ ਇੱਥੇ ਉਹਨਾਂ ਦੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਜਿੱਦਾਂ ਓਪਨਨੈਸ ਹੋਈ ਹੈ ਲਿਬਰਲਾਈਜੇਸ਼ਨ ਦੇ ਨਾਂ ਦੇ ਉੱਤੇ, ਪ੍ਰਾਈਵੇਟਾਈਜੇਸ਼ਨ ਨਾਂ ਦੇ ਉੱਤੇ, ਜਿਸ ਤਰੀਕੇ ਦੇ ਨਾਲ ਉੱਥੋਂ ਦੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ, ਉਹਨਾਂ ਦੀ ਇਨਵੈਸਟਮੈਂਟ ਕਰਾਈ ਜਾ ਰਹੀ ਹੈ। ਤਾਂ ਨੈਚੁਰਲੀ ਇਹਦੇ ਆਉਣ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਵੱਡੀ ਇੱਕ ਕੰਸੈਸ਼ਨ ਜਿਹੜੀ ਸੀਗੀ ਇੰਡੀਆ ਨੇ, ਜਿਹੜੀ ਐਕਸਪੋਰਟ ਦੇ ਮਾਮਲੇ ਜਿਹੜੇ ਇੰਪੋਰਟ ਕਰਦੇ ਸੀਗੇ, ਜਿਹੜੀ ਉੱਥੋਂ ਅਮਰੀਕਾ ਤੋਂ ਕੁਝ ਗੁੱਡਸ ਆਉਂਦੀਆਂ ਸੀ, ਉਹਦੇ ਉੱਤੇ ਕੁਝ ਰਿਲੈਕਸੇਸ਼ਨ ਦਿੱਤੀਆਂ। ਔਰ ਇਹ ਸਾਰਾ ਜਿਹੜਾ ਬੇਸਿਕਲੀ ਅਲਟੀਮੇਟਲੀ ਤੇ ਕਿਉਂਕਿ ਉਹ ਸੁਪਰੀਮ ਪਾਵਰ ਹੈਗੀ ਆ, ਉਹਨਾਂ ਦੇ ਆਪਣਾ ਇੰਟਰਸਟ ਵੇਖਣਾ, ਇਹ ਇੰਟਰਸਟ ਕਿਸੇ ਵੀ ਤਰੀਕੇ ਨਾਲ ਸਰਵ ਹੁੰਦਾ ਵਾ ਉਹ ਅਲਟੀਮੇਟਲੀ ਉਸੇ ਪਾਸੇ ਵਾਲੇ ਜਾਣਗੇ, ਤੇ ਇਹ ਇੰਟਰਸਟ ਸਰਵ ਹੋਣ ਦੇ ਨਾਲ ਨੈਚੁਰਲੀ ਰਿਸੋਰਸਿਸ ਉਹਨਾਂ ਕੋਲ ਜ਼ਿਆਦਾ ਜਿਹੜੇ ਹੈਗੇ ਉਹ ਜ਼ਿਆਦਾ ਜਾਣਗੇ, ਔਰ ਇਹ ਉਹਨਾਂ ਦੀ ਅਮਰੀਕਾ ਦੀ ਸ਼ੁਰੂ ਤੋਂ ਪਾਲਿਸੀ ਰਹੀ ਹੈ। ਜੀ ਸੇਖੋ ਸਾਹਿਬ, G20 ਦੇ ਵਿੱਚ ਅਫਰੀਕਨ ਯੂਨੀਅਨ ਦੇ ਨੇਸ਼ਨਸ ਆ ਕੇ ਜੁੜਦੇ ਨੇ ਤੇ G20 ਤੋਂ G21 ਬਣ ਜਾਂਦਾ ਹੈ।
ਅਮਰੀਕਾ ਸਪੋਰਟ ਕਰਦਾ ਇੰਡੀਆ ਦੀ ਗਲੋਬਲ ਸਾਊਥ ਦਾ ਲੀਡਰ ਬਣਦਾ ਹੈ। ਸੋ ਹੁਣ ਅਸੀਂ ਗਰੀਬ ਦੇਸ਼ਾਂ ਵਾਸਤੇ ਵੀ ਕੰਮ ਕਰਨਾ ਹੈ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਕੀ ਸੁਧਾਰ ਕੀਤੇ ਜਾਣ ਉਹ ਵੀ ਗੱਲ ਹੁੰਦੀ ਹੈ। ਵਰਲਡ ਬੈਂਕ ਦੇ ਰੋਲ ਦੀ ਗੱਲ ਹੁੰਦੀ ਹੈ। ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਗੱਲ ਹੁੰਦੀ ਹੈ। ਜੋ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਡਿਜ਼ਾਸਟਰਸ ਹੋਣਗੇ ਉਹਦੇ ਵਿੱਚ ਸਾਰੇ ਇਕੱਠੇ ਮਿਲ ਕੇ ਕਿਵੇਂ ਕੰਮ ਕਰਨਗੇ। ਐਨਵਾਇਰਨਮੈਂਟ ਦੀ ਗੱਲ ਹੁੰਦੀ ਹੈ। तमाम ਤਰ੍ਹਾਂ ਦੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ। ਸਪਲਾਈ ਚੇਨ ਦੀ ਗੱਲ ਹੁੰਦੀ ਹੈ। ਐਨਰਜੀ ਦਾ ਜਿਹੜਾ ਸਾਰਾ ਡਿਜ਼ਾਸਟਰ ਪੈਦਾ ਹੋ ਗਿਆ ਹੈ, ਜਿਹੜੀ ਕਮੀ ਪੈਦਾ ਹੋ ਗਈ ਹੈ ਉਸ ਖੇਤਰ ਦੇ ਵਿੱਚ, ਜਿਹੜੀ ਖੜੋਤ ਆ ਗਈ ਹੈ, ਨਵੇਂ ਐਨਰਜੀਜ਼ ਦੇ ਸੋਰਸਿਸ ਕਿਵੇਂ ਲੱਭੇ ਜਾਣ ਉਹ ਵੀ ਗੱਲ ਹੁੰਦੀ ਹੈ। तमाम ਤਰ੍ਹਾਂ ਗੱਲਾਂ ਹੁੰਦੀਆਂ ਨੇ ਕਿ ਦੁਨੀਆ ਨੂੰ ਅਸੀਂ ਸਵਰਗ ਬਣਾ ਦੇਣਾ। ਪਰ ਪ੍ਰੈਕਟੀਕਲੀ ਤੁਸੀਂ ਜਿੱਦਾਂ ਕਿਹਾ ਕਿ ਇੱਦਾਂ ਹੁੰਦਾ ਨਹੀਂ ਕਿ ਸਭ ਨੇ ਆਪਣਾ ਸੈਲਫ ਇੰਟਰਸਟ ਦੇਖਣਾ ਹੁੰਦਾ। ਅਸੀਂ ਇਹ ਸਾਰੀ ਚੀਜ਼ ਨੂੰ ਜੇ ਘੋਖ ਕੇ ਦੇਖੀਏ, ਰਿੜਕ ਕੇ ਦੇਖੀਏ ਤਾਂ G20 ਵਿੱਚੋਂ ਨਿਕਲਿਆ ਕੀ ਪੂਰੀ ਦੁਨੀਆ ਵਾਸਤੇ ਤੇ ਭਾਰਤ ਵਾਸਤੇ, ਕਿਉਂਕਿ ਐਨਾਲਿਸਿਸ ਹੁੰਦਾ ਹੈ ਕਿ 3000 ਕਰੋੜ ਤੋਂ 4000 ਕਰੋੜ ਦੇ ਵਿੱਚ ਦਾ ਖਰਚਾ ਹੋਇਆ ਹੈ G20 ਦੇ ਉੱਤੇ। ਸੇਖੋ ਸਾਹਿਬ ਨਹੀਂ ਦੇਖੋ, G20 ਇੱਕ ਸਮਟ ਮੀਟ ਹੈਗੀ ਹੈ, ਕੋਈ ਰੂਟੀਨ ਉਸ ਤਰੀਕੇ ਨਾਲ ਹੁੰਦੀ ਰਹਿੰਦੀ ਆ। ਪਰ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਨੇ ਮਤਲਬ ਉਹਦਾ ਪ੍ਰੋਪੋਗੰਡਾ ਕੀਤਾ ਵਾ, ਜਾਂ ਜਿਸ ਤਰੀਕੇ ਦੇ ਨਾਲ ਇਹ ਇਮੇਜ ਦੇਣ ਦੀ ਗੱਲ ਕੀਤੀ ਗਈ ਹੈ ਕਿ ਸ਼ਾਇਦ ਇਹ ਪਹਿਲੇ ਲੋਕ ਹੈਗੇ ਆ ਕਿ ਜਿਨ੍ਹਾਂ ਨੇ ਜਿਹੜੀ ਹੈਗੀ G20 ਦੀ ਜਿਹੜੀ ਲੀਡਰਸ਼ਿਪ ਲਈ ਹੈ। ਠੀਕ ਆ, ਪਬਲਿਸਿਟੀ ਦਾ ਜ਼ਮਾਨਾ ਹੈਗਾ ਔਰ ਜਿਸ ਕਿਸਮ ਦੇ ਨਿਜ਼ਾਮ ਹੈਗੇ ਆ ਉਹਨੂੰ ਜਿਸ ਤਰੀਕੇ ਨਾਲ ਯੂਜ਼ ਕਰਦੇ ਆ, ਜਿਸ ਕਿਸਮ ਦਾ ਵੱਡੀ ਗਿਣਤੀ 'ਚ ਅੰਧ ਭਗਤ ਵੀ ਹੈਗੇ ਆ, ਉਹਨਾਂ ਨੂੰ ਇਹ ਇੱਕ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਅਗਲੇ ਸਾਲ ਇਲੈਕਸ਼ਨਸ ਹੋ ਰਹੀ ਆ ਕਿ ਇਹ ਜਿਹੜਾ ਵੇਖੋ ਜੀ ਬਹੁਤ ਵੱਡਾ ਮਾਰਕਾ ਵੱਜ ਗਿਆ। ਤੋ ਇਹ ਬੇਸਿਕਲੀ ਮੈਨੂੰ ਤਾਂ ਲੱਗਦਾ ਕਿ ਜਿਹੜਾ ਪ੍ਰੀ ਇਲੈਕਸ਼ਨ ਜਿਹੜਾ ਸਾਰਾ ਤੁਹਾਡਾ ਇੱਕ ਐਕਸਰਸਾਈਜ਼ ਹੈਗੀ ਆ ਵੀ ਕਿੱਦਾਂ ਇੱਕ ਲੀਡਰ ਦਾ ਜਾਂ ਕਿੱਦਾਂ ਇੱਕ ਜਿਹੜਾ ਹੈਗਾ ਵਿਚਾਰਧਾਰਾ ਦਾ ਜਿਹੜਾ ਤੁਸੀਂ ਇਮੇਜ ਬਿਲਡ ਕਰਨਾ। ਜਿਹੜੀ ਗੱਲ ਤੁਸੀਂ ਕੀਤੀ ਉਹਦੇ ਵਿੱਚੋਂ ਤੁਸੀਂ ਦੇਖੋ ਕਿ ਅਸਲ ਦੇ ਵਿੱਚ ਜੈਨੂਅਨ ਮੂਵਮੈਂਟ ਜਦੋਂ ਇਹ ਸਮੱਸਿਆ ਸੀਗੀ, ਜਦੋਂ ਇੱਕ ਪਾਸੇ ਸੋਵੀਅਤ ਬਲਾਕ ਸੀਗਾ, ਇੱਕ ਪਾਸੇ ਅਮਰੀਕਨ ਬਲਾਕ ਸੀਗਾ, ਉਹਦੇ ਵਿੱਚੋਂ ਇੱਕ ਬਹੁਤ ਜੈਨੂਅਨ ਮੂਵਮੈਂਟ ਜਿਹਨੂੰ ਨਾਨ ਅਲਾਈਨ ਮੂਵਮੈਂਟ ਨਿਕਲਦੀ ਆ 1961 ਦੇ ਵਿੱਚ ਬੈਲਗਰੇਡ ਦੇ ਵਿੱਚੋਂ ਉਹ ਸ਼ੁਰੂ ਹੋਈ ਸੀਗੀ, ਜਿਹਦੇ ਵਿੱਚ ਇੰਡੀਆ ਨੇ ਬਹੁਤ ਵੱਡਾ ਲੀਡ ਫਲੋ ਕੀਤਾ ਸੀਗਾ। ਔਰ ਇਹ ਨਾਨ ਅਲਾਈਨਮੈਂਟ ਮੂਵਮੈਂਟ ਜਿਹੜੀ ਸੀਗੀ ਉਹ ਕਹਿੰਦੀ ਵੀ ਸਾਡੇ ਲਈ ਦੋਵੇਂ ਇਕੁਅਲ ਡਿਸਟੈਂਸ ਰੱਖਾਂਗੇ। ਉਹ ਇਹਨਾਂ ਦੋਵਾਂ ਨੂੰ ਜਿਹੜੇ ਇਹ ਜਿਸ ਕਿਸਮ ਦੀ ਰਾਜਨੀਤੀ ਕੋਲਡ ਵਾਰ ਪੋਲਿਟਿਕਸ ਸੀਗੀ, ਕਿਉਂਕਿ ਅਲਟੀਮੇਟਲੀ ਇਹ ਦੋ ਵੱਡੀਆਂ ਤਾਕਤਾਂ ਜਾਂ ਜਦੋਂ ਵੀ ਵੱਡੀਆਂ ਤਾਕਤਾਂ ਜਿਹੜੀਆਂ ਹੁੰਦੀਆਂ ਇਹ ਆਪਸ ਵਿੱਚ ਭਿੜਦੀਆਂ ਵਾ ਤੇ ਜਿਹੜਾ ਸੱਤਿਆਨਾਸ਼ ਹੁੰਦਾ ਵਾ ਉਹ ਜਿਹੜੇ ਛੋਟੇ ਦੇਸ਼ ਹੁੰਦੇ ਆ ਉਹਨਾਂ ਦਾ ਹੁੰਦਾ। ਹੁਣ ਸਵਾਲ ਵੱਡਾ ਹੈਗਾ ਕਿ ਜਿਹੜਾ ਡਿਜ਼ਾਸਟਰ ਪੈਦਾ ਕਿਹਨੇ ਕੀਤਾ ਇਨਵਾਇਰਨਮੈਂਟ ਦੇ ਵਿੱਚ, ਜੋ ਕ੍ਰਾਈਸਿਸ ਇਸ ਵੇਲੇ ਹੈਗਾ ਉਹ ਕਿਹੜੇ ਦੇਸ਼ਾਂ ਨੇ ਕੀਤਾ? ਇਹ ਜਿਹੜੇ ਇੰਡਸਟਰੀਅਲ ਜਿਹੜੇ ਹੈਗੇ ਆ ਡਿਵੈਲਪ ਕੰਟਰੀ ਉਹਨਾਂ ਨੇ ਕੀਤਾ ਵਾ। ਜੋ ਦੁਨੀਆ ਭਰ ਦਾ ਜਿਹੜੀ ਕੰਜ਼ੰਪਸ਼ਨ ਆ ਆਇਲ ਦੀ ਆ, ਦੂਸਰੀ ਤੀਸਰੀ ਆ, ਸਾਰੀਆਂ ਜਿਹੜੀਆਂ ਇਹਨਾਂ ਦੇ ਕਬਜ਼ਾ ਇਹਨਾਂ ਦਾ ਹੈਗਾ। ਜਿੰਨੀ ਪੋਲੀਟੀਕਲ ਅਪਹੀਵਲ ਹੈਗੀ ਆ ਸੈਕੰਡ ਵਰਲਡ ਵਾਰ ਦੇ ਬਾਅਦ ਜਿੰਨੀਆਂ ਵੀ ਆਈਆਂ, ਜਿਹੜੇ ਵੀ ਸਟੇਬਲ ਦੇਸ਼ ਸੀ, ਚਾਹੇ ਇਰਾਕ ਦੀ ਐਗਜ਼ਾਮਪਲ ਲੈ ਲਓ ਤੁਸੀਂ, ਈਰਾਨ ਦੀ ਕਿਸੇ ਸਮੇਂ 'ਚ ਲੈ ਲਓ, ਵੀਅਤਨਾਮ ਵਾਲੇ ਪਾਸੇ ਵਾਲੇ ਵੀ ਗਏ ਸੀ, ਪਾਕਿਸਤਾਨ ਦਾ ਕੀ ਹਾਲ ਕਰਤਾ, ਜਿਹੜੇ ਲੀਬੀਆ ਸੀਗਾ, ਹੋਰ ਦੂਸਰੇ ਦੇਸ਼ ਸੀਗੇ ਜਾਂ ਲੈਟਨ ਅਮਰੀਕਨ ਦੇਸ਼ ਸੀਗੇ, ਉੱਥੇ ਜਿਹੜੀ ਖਾਸ ਕਰਕੇ ਜਿਹੜਾ ਪੋਲੀਟੀਕਲ ਡਿਜ਼ਾਸਟਰ ਪੈਦਾ ਕੀਤਾ ਜਾਂ ਜੋ ਇਕਨੋਮਿਕ ਡਿਜ਼ਾਸਟਰ ਪੈਦਾ ਕੀਤਾ। ਚਿਲੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਐਲੰਦੇ ਜਿਹੜਾ ਸੀ ਇਲੈਕਟ ਹੋ ਕੇ ਆਇਆ ਸੀ, ਜਦੋਂ ਉਹਨੇ ਕਾਪਰ ਕਾਰਪੋਰੇਸ਼ਨ ਆਫ ਚਿਲੀ ਨੂੰ ਨੈਸ਼ਨਲਾਈਜ਼ ਕੀਤਾ ਸੀ, ਅਗਲੀ ਵਾਰੀ ਉਹਦਾ ਅਸੈਸੀਨੇਸ਼ਨ ਹੋ ਗਿਆ। ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਇਕਨੋਮਿਕ ਜੋ ਵੀ ਕ੍ਰਾਈਸਿਸ ਸਾਡੇ ਸਾਹਮਣੇ ਆ, ਉਹਦੇ ਵਿੱਚ ਅਮਰੀਕਾ ਦਾ ਬਹੁਤ ਵੱਡਾ ਰੋਲ ਹੈ। ਕੀ ਇਸ ਸਮਟ ਦੇ ਵਿੱਚ ਇਹਨੇ ਕਿਸੇ ਲੀਡਰ ਨੇ ਡੇਅਰ ਕੀਤਾ ਵਾ ਕਿ ਭਾਈ ਤੁਸੀਂ ਸਾਨੂੰ ਸਬਕ ਤਾਂ ਦੇਣ ਦਾ ਜੋ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਕਿਉਂ ਨਹੀਂ ਫੇਰਦੇ? ਕੀ ਉਹਦੀ ਇੰਟਰੋਸਪੈਕਸ਼ਨ ਕੀਤੀ ਆ ਜਾਂ ਸਿਰਫ ਸਲੋਗਨ ਹੈ, ਜੁਆਇੰਟ ਡੈਕਲੇਰੇਸ਼ਨ ਹੈ, ਜਾਂ ਆਮੋ ਸਾਹਮਣੇ ਬੈਠ ਕੇ ਤਸਵੀਰਾਂ ਕਰਕੇ ਤੇ ਫੋਟੋਆਂ ਖਿਚਾ ਕੇ ਤੇ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਉਹਨੂੰ ਹੀ ਸਾਧਿਆ ਜਾ ਰਿਹਾ? ਮੈਨੂੰ ਇਹ ਲੱਗਦਾ ਕਿ ਅਲਟੀਮੇਟਲੀ ਜਿਸ ਕਿਸਮ ਦਾ ਨਿਜ਼ਾਮ ਇਸ ਵੇਲੇ ਹੈਗਾ ਵਾ, ਉਸ ਨਿਜ਼ਾਮ ਦੇ ਵਿੱਚ ਚਾਹੇ ਉਹ ਗਲੋਬਲ ਲੈਵਲ ਦੇ ਉੱਤੇ ਹੈ ਜਾਂ ਜਿਹੜਾ ਦੇਸ਼ਾਂ ਦੇ ਲੈਵਲ ਦੇ ਉੱਤੇ ਆ, ਉਹ ਸਾਰਿਆਂ ਦੇ ਵਿੱਚ ਨਾਨ ਡੈਮੋਕ੍ਰੈਟਿਕ ਐਲੀਮੈਂਟਸ ਬਹੁਤ ਇੰਪੋਰਟੈਂਟ ਹੈ। ਚਾਹੇ ਉਹ ਅਸੀਂ ਦੇਖੀਏ ਕਿ ਜਿਹੜੀਆਂ ਅਥੋਰੀਟੇਰੀਅਨ ਟੈਂਡੈਂਸੀ ਜਿਹੜੀਆਂ ਹੈਗੀਆਂ, ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਉਹ ਨਵੀਆਂ ਟੈਂਡੈਂਸੀ ਜਿੱਥੇ ਜਿੱਥੇ ਵੀ ਜਿਸ ਕਿਸਮ ਦੀ ਸਰਕਾਰ ਹੈਗੀ ਉਹਦੇ ਵਿੱਚ ਅਥੋਰੀਟੇਰੀਅਨ ਟੈਂਡੈਂਸੀਜ਼ ਹੁੰਦੀਆਂ। ਜੇ ਸਰਕਾਰਾਂ ਆਪਣੇ ਘਰ ਦਾ ਨਿਜ਼ਾਮ ਠੀਕ ਨਹੀਂ ਕਰ ਸਕਦੇ, ਜੇ ਸਰਕਾਰਾਂ ਜਿਹੜਾ ਆਪਣਾ ਸੋਸ਼ਲ ਸਟਰਕਚਰ ਹੈਗਾ ਉਹਨੂੰ ਜਿਹੜਾ ਉਹਦੇ ਵਿੱਚ ਉਹਨੂੰ ਸੁਧਾਰ ਨਹੀਂ ਸਕਦੇ, ਤੇ ਫਿਰ ਮੇਰੇ ਖਿਆਲ ਦੂਸਰਿਆਂ ਨੂੰ ਤੇ ਜਿਹੜਾ ਇਹਨਾਂ ਸਰਕਾਰਾਂ ਦਾ ਜਿਹੜਾ ਰਵੱਈਆ ਹੈਗਾ ਵਾ ਦੂਸਰੀਆਂ ਸਰਕਾਰਾਂ ਪ੍ਰਤੀ, ਖਾਸ ਕਰਕੇ ਅਮਰੀਕਾ ਦਾ ਜਿਹੜੀ ਇੰਟਰਵੈਂਸ਼ਨ ਹੈਗੀ ਆ ਡਿਫਰੈਂਟ ਸਟੇਜਸ ਦੇ ਉੱਤੇ, ਔਰ ਜਿਸ ਤਰੀਕੇ ਨਾਲ ਇੰਟਰਵੈਂਸ਼ਨ ਕੀਤੀ ਗਈ ਆ, ਆਪਣੇ ਕੋਲ ਇਰਾਕ ਦੀ ਐਗਜ਼ਾਮਪਲ ਬਹੁਤ ਸਾਡੇ ਸਾਹਮਣੇ ਹੈਗੀ ਆ, ਹੋਰ ਇਸ ਤਰੀਕੇ ਦੀਆਂ ਲੀਬੀਆ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈਗੀ ਆ, ਈਰਾਨ 'ਚ ਕਿਸੇ ਸਮੇਂ ਇੱਦਾਂ ਹੋਇਆ ਸੀ, ਮੈਂ ਫਿਰ ਉਹੀ ਗੱਲ ਕਰ ਰਿਹਾ ਵਾਂ। ਮੈਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ ਕਿ ਕੋਈ ਵੀ ਇੱਕ ਲੀਡਰ G20 ਦਾ, ਖਾਸ ਕਰਕੇ ਜਿਹੜਾ ਸਾਊਥ ਵਾਲਾ ਲੀਡਰ ਹੈ, ਉਹ
ਖੁੱਲ੍ਹ ਕੇ ਗੱਲਾਂ ਕਰੇ, ਪਰ ਉਹ ਡਿਪੈਂਡੈਂਟ ਇਹਨਾਂ ਦੇ ਉੱਤੇ ਆ। ਤੁਸੀਂ ਦੇਖੋ ਇਹਨਾਂ ਤੋਂ ਮਦਦ ਲੈਂਦੇ ਆ, ਮੀਡੀਆ ਇਹਨਾਂ ਦੇ ਕੋਲ ਹੈਗਾ, ਤੁਹਾਡੀਆਂ ਰੇਟਿੰਗ ਉਹ ਕਰਦੀਆਂ, ਜਿੰਨੀ ਵੀ ਰੇਟਿੰਗ ਏਜੰਸੀਜ਼ ਹੈਗੀਆਂ ਉਹ ਸਾਰੀਆਂ ਦਾ ਜਿਹੜਾ ਕੰਟਰੋਲ ਵਾ ਜਾਂ ਮੋਸਟਲੀ ਜਿਹੜੀਆਂ ਹੈਗੀਆਂ ਉਹ ਯੂਨਾਈਟਡ ਸਟੇਟਸ ਆਫ ਅਮਰੀਕਾ ਦੇ ਵਿੱਚ ਆ। ਸਰਕਾਰ ਤਾਂ ਉਹਨਾਂ ਦੀ ਰੇਟਿੰਗ ਤੇ ਜਿੰਦੀ ਆ, ਸਰਕਾਰ ਤਾਂ ਉਹਨਾਂ ਦੀ ਰੇਟਿੰਗ ਦੇ ਨਾਲ ਆਪਣੀ ਪਪੂਲੈਰਿਟੀ ਜਿਹੜੀ ਹੈਗੀ ਆ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੀ ਆ। ਤੇ ਮੈਨੂੰ ਲੱਗਦਾ ਹੈ ਕਿ G20 ਠੀਕ ਹੋ ਗਈ, ਪਰ ਮੈਨੂੰ ਨਹੀਂ ਬਹੁਤ ਵੱਡੀ ਆਸ ਵੀ ਇਹ ਤੋਂ ਕੋਈ ਨਵਾਂ ਇਨੀਸ਼ੀਏਟਿਵ ਹੈਗਾ ਜਾਂ ਨਵਾਂ ਰੀਸਟਰਕਚਰਿੰਗ ਕੋਈ, ਚਾਹੇ ਨਾਰਥ ਸਾਊਥ ਰਿਲੇਸ਼ਨਸ਼ਿਪ ਦੀ ਹੈਗੀ ਆ, ਚਾਹੇ ਰੀਸਟਰਕਚਰਿੰਗ ਜਿਹੜੀ ਹੈਗੀ ਆ ਸਿਕਿਉਰਿਟੀ ਕਾਉਂਸਲ ਦੀ ਹੋਊਗੀ, ਜਾਂ ਜਿਹੜੀਆਂ ਮੋਨਟਰੀ ਇੰਸਟੀਟਿਊਸ਼ਨਸ ਹੈਗੀਆਂ, ਇੰਟਰਨੈਸ਼ਨਲ ਇੰਸਟੀਟਿਊਸ਼ਨਸ ਹੈਗੀਆਂ, ਉਹਦੇ ਵਿੱਚ ਕੋਈ ਰੀਸਟਰਕਚਰਿੰਗ ਹੋਊਗੀ। ਗਰੀਬ ਦੇਸ਼ ਹੋਰ ਗਰੀਬ ਹੋਈ ਜਾ ਰਹੇ ਆ, ਔਰ ਗਰੀਬ ਦੇਸ਼ਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਜਿੱਥੇ ਥੋੜੀ ਬਹੁਤੀ ਡੈਮੋਕ੍ਰੇਸੀ ਹੈਗੀ ਸੀਗੀ ਉੱਥੇ ਅਥੋਰੀਟੇਰੀਅਨ ਟੈਂਡੈਂਸੀ ਜਿਹੜੀਆਂ ਹੈਗੀਆਂ ਉਹ ਅਮਰੀਕਾ ਦੁਆਰਾ ਜਾਂ ਅਮਰੀਕਾ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੁਆਰਾ ਸਪੋਰਟ ਕੀਤੀ ਜਾਂਦੀ ਆ। ਅਮਰੀਕਾ ਦਾ ਇੱਕੋ ਇੰਟਰਸਟ ਹੈਗਾ ਵੀ ਸਰਕਾਰ ਕੋਈ ਹੋਵੇ, ਲੋਕੀ ਢੱਠੇ ਖੂਜ ਜਾਣ, ਉੱਥੇ ਕ੍ਰਾਈਸਿਸ ਹੋਵੇ, ਜਿੰਨਾ ਜ਼ਿਆਦਾ ਕੌਨਫਲਿਕਟ ਹੋਊਗਾ, ਇੰਸਟੀਟਿਊਸ਼ਨ ਵੀਕ ਹੋਣਗੀਆਂ, ਉਹਨੀਆਂ ਜਿਹੜੀਆਂ ਫੋਰਨ ਤਾਕਤਾਂ ਹੈ ਉਹਨਾਂ ਨੂੰ ਉਹਦੇ ਵਿੱਚ ਹੋਰ ਮੌਕਾ ਮਿਲੂਗਾ। ਇੰਡੀਆ ਹਮੇਸ਼ਾ ਹੀ ਉਹਨਾਂ ਦੀ ਅੱਖ ਦੇ ਵਿੱਚ ਰੜਕਦਾ ਰਿਹਾ, ਖਾਸ ਕਰਕੇ ਇੰਦਰਾ ਗਾਂਧੀ ਦੇ ਸਮੇਂ ਤੱਕ, ਜਦੋਂ ਇੰਦਰਾ ਗਾਂਧੀ ਨੇ ਅੰਡਰਗਰਾਉਂਡ ਨਿਊਕਲੀਅਰ ਐਕਸਪਲੋਜ਼ਨ ਕੀਤਾ, ਜਦੋਂ ਇੰਦਰਾ ਗਾਂਧੀ ਨੂੰ ਉਹਨਾਂ ਨੇ ਜਿਹੜਾ ਸੀਗਾ ਆਪਣਾ ਤਾਰਾਪੁਰ ਲਈ ਜਿਹੜਾ ਸੀ ਯੂਰੇਨੀਅਮ ਨਹੀਂ ਦਿੱਤਾ, ਤੇ ਇਸ ਕਰਕੇ ਉਹ ਇੰਡੀਪੈਂਡੈਂਟ ਪਾਲਿਸੀ ਚੱਲਦੇ ਰਹੇ। ਹੁਣ ਤਾਂ ਬਿਲਕੁਲ ਵਿਸ਼ਣ ਵਾਲੀ ਗੱਲ ਹੈ ਨਾ ਕਿ ਅਮਰੀਕਾ ਦਾ ਕੋਈ ਬੰਦਾ ਆਉਂਦਾ ਵਾ, ਇੱਕ ਦਬਕਾ ਮਾਰਦਾ ਵਾ ਤੇ ਅਸੀਂ ਉਹਦੀ ਗੱਲ ਮੰਨਣੀ ਸ਼ੁਰੂ ਕਰ ਦਿੰਦੇ ਆ। ਜਿਹੜਾ ਹੁਣ ਰੀਸੈਂਟ ਇਸ਼ੂ ਹੋਇਆ, ਜਦੋਂ ਅਮਰੀਕਾ ਦਾ ਜਿਹੜਾ ਹੈਗਾ ਸੀ ਫੋਰਨ ਸੈਕਟਰੀ ਨੇ ਉਹ ਇਸ਼ੂ ਦੇ ਬਾਰੇ ਆਪਣੇ ਬਿਆਨ ਦਿੱਤੇ ਆ ਤਾਂ ਅਸੀਂ ਉਹਨਾਂ ਨੂੰ ਸਫਾਈਆਂ ਦੇਣ ਵਾਲੇ ਪਾਸੇ ਚੱਲ ਪਏ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਇਸ ਵੇਲੇ ਬਹੁਤ ਵੱਡੀ ਗਲੋਬਲ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਤੇ ਇੱਕ ਪੋਲੀਟੀਕਲ ਨਟੰਕੀ ਚੱਲ ਰਹੀ ਆ, ਔਰ ਜਿਹੜੇ ਵੀ ਉਹਦੇ ਵਿੱਚ ਖਾਸ ਕਰਕੇ ਧਿਰਾਂ ਹੈਗੀਆਂ ਉਹ ਆਪਣੇ ਤਰੀਕੇ ਨਾਲ ਇਹ ਸਾਰਾ ਜਿਹੜਾ ਸ਼ੋਅ ਹੁੰਦਾ ਉਹਨੂੰ ਉਹਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਯੂਜ਼ ਕਰਦੇ ਆ। ਜੀ, ਇੰਡੀਆ ਦੀ ਪ੍ਰੈਜ਼ੀਡੈਂਸੀ ਦੇ ਵਿੱਚ G20 ਸਬਮਿਟ ਹੋਈ ਹੈ ਔਰ ਉਹਦੇ ਵਿੱਚ ਗਲੋਬਲ ਮਾਰਕੀਟ ਨੂੰ ਕਿੱਦਾਂ ਗਲੋਬਲ ਇਨਸਟਰਕਚਰ ਦੇ ਤੌਰ ਤੇ ਠੀਕ ਕੀਤਾ ਜਾਵੇ, ਇਹ ਗਲੋਬਲ ਇਨਫਰਾਸਟ੍ਰਕਚਰ ਕੀ ਹੋਏਗਾ, ਉਹਦੇ ਵਾਸਤੇ ਕਿੰਨੀ ਇਨਵੈਸਟਮੈਂਟ ਚਾਹੀਦੀ ਹੋਏਗੀ, ਨੋਬਡੀ ਨੋਜ਼, ਕਿਸੇ ਨੂੰ ਕੁਝ ਕਲੀਅਰ ਨਹੀਂ ਹੈ। ਔਰ ਇਹ ਫਿਊਚਰ ਦਾ ਕੀ ਰੋਡ ਮੈਪ ਹੋਏਗਾ, ਨੋਬਡੀ ਨੋਜ਼, ਕਿਸੇ ਨੂੰ ਕੁਝ ਵੀ ਕਲੀਅਰ ਨਹੀਂ ਹੈ। ਤੁਹਾਨੂੰ ਲੱਗਦਾ ਕਿ ਕੋਈ ਬਲੂਪ੍ਰਿੰਟ ਸਾਨੂੰ ਮਿਲਿਆ ਹੈ ਫਿਊਚਰ ਦੇ ਵਾਸਤੇ? ਇੱਕ ਬਰੀਫ ਤੁਹਾਡੇ ਕੋਲੋਂ ਸਟੇਟਮੈਂਟ ਚਾਹਾਂਗਾ ਇਹਦੇ ਉੱਤੇ। ਐਨੀ ਬਲੂਪ੍ਰਿੰਟ, ਐਨੀ ਰੋਡ ਮੈਪ ਫॉर ਫਿਊਚਰ ਅਚੀਵਮੈਂਟਸ, G20 ਦਾ ਕੋਈ ਇਦਾਂ ਦਾ ਨਿਚੋੜ ਨਿਕਲਿਆ? ਮੈਨੂੰ ਲੱਗਦਾ ਕੀ ਹੋਊਗਾ ਜਿੰਨਾ ਚਿਰ ਢਾਂਚਾਗਤ ਚੇਂਜ ਨਹੀਂ ਹੁੰਦੀ, ਇਨਵੈਸਟਮੈਂਟ ਆਉਣੀ ਕਿਹਨਾਂ ਵਾਸਤੇ ਆਉਣੀ ਆ? ਕੀ ਸਾਡਾ ਆਪਣਾ ਇੱਥੋਂ ਦਾ ਜਿਹੜੀ ਲੋਕਸ਼ਾਹੀ ਹੈਗੀ ਆ ਜਾਂ ਲੋਕ ਹੈਗੇ ਆ ਉਹਨਾਂ ਨੂੰ ਕੋਈ ਇਹਦਾ ਬੈਨੀਫਿਟ ਹੋਊਗਾ? ਐਡਵਾਂਟੇਜ ਕਿਹਨੂੰ ਹੋਊਗਾ? ਤੁਸੀਂ ਦੇਖੋ ਕਿ ਇਸੇ ਲੜੀ ਦੇ ਵਿੱਚ ਕਿੱਡਾ ਵੱਡਾ ਐਂਟੀ ਫਾਰਮਰਸ ਫੈਸਲਾ ਇਸ ਸਰਕਾਰ ਨੇ ਲਿਆ ਸੀਗਾ ਜਦੋਂ ਇਹਨਾਂ ਨੇ 3 ਖੇਤੀ ਕਾਨੂੰਨ ਬਣਾਏ ਸੀਗੇ। ਕਾਹਦੇ ਵਾਸਤੇ ਅਸੀਂ ਇਨਵੈਸਟਮੈਂਟ ਲੈ ਕੇ ਆਉਣੀ ਆ? ਪਬਲਿਕ ਸੈਕਟਰ ਦੇ ਵਿੱਚ ਲੈ ਕੇ ਆਉਣੀ ਆ। ਮੇਰਾ ਖਿਆਲ ਇਹ ਹੈਗਾ ਕਿ ਜਿੰਨਾ ਚਿਰ ਤੁਸੀਂ ਆਪਣਾ ਘਰ ਨਹੀਂ ਸੁਧਾਰਦੇ, ਜਿੰਨਾ ਚਿਰ ਤੁਸੀਂ ਜਿਹੜੀਆਂ ਤੁਹਾਡੇ ਜਿਹੜੇ ਕਰੋਨਿਕ ਇਸ਼ੂਜ਼ ਹੈਗੇ ਆ, ਢਾਂਚਾਗਤ ਸਮੱਸਿਆ ਹੈਗੀਆਂ ਵਾ, ਉਹਨਾਂ ਸਮੱਸਿਆ ਨੂੰ ਹੱਲ ਨਹੀਂ ਕਰਦੇ, G20 ਤੇ ਬਹੁਤ ਦੂਰ ਦੀ ਗੱਲ, ਉਹਦੇ ਤੁਸੀਂ ਗਲੋਬਲ ਕੋਆਪਰੇਸ਼ਨ ਦੀ ਗੱਲ ਕਰਦੇ ਹੋ, ਪਰ ਜਿਹੜੀਆਂ ਤੁਹਾਡੀਆਂ ਅੰਦਰਲੀਆਂ ਸਥਿਤੀਆਂ ਹੈਗੀਆਂ ਵਾ, ਅੰਦਰਲੀਆਂ ਸਥਿਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਕੋਈ ਨਾ ਕੋਈ ਜਿਹੜਾ ਇਸ ਕਿਸਮ ਦਾ ਜਿਹੜਾ ਉਹਨਾਂ ਦੇ ਮਸਲੇ ਹੱਲ ਨਹੀਂ ਕਰਦੇ। ਕਹਿਣ ਨੂੰ ਤਾਂ ਬਹੁਤ ਕੁਝ ਕਹੀ ਜਾਓ ਵੀ ਅਸੀਂ ਆਹ ਲੈ ਲਿਆ, ਬਲੂ ਪ੍ਰਿੰਟ ਬਣਾ ਲਿਆ, ਹੁੰਦਾ ਕੀ ਆ? 0+0+0 ਇਹ ਹੋ ਗਿਆ, ਲੋਕੀ ਭੁੱਲ ਗਏ, ਅਗਲੀ G20 ਹੋਊਗੀ। ਕਿੰਨੇ ਚਿਰ ਤੋਂ এনवायरमेंट ਦੇ ਇਸ਼ੂ ਦੇ ਆਉਂਦੇ ਆ, ਉਹਦੇ ਜੇ ਥੋੜਾ ਬਹੁਤਾ ਕੋਈ ਚੀਜ਼ ਹੋ ਰਿਹਾ ਤਾਂ ਪਬਲਿਕ ਓਪੀਨੀਅਨ ਹੋ ਰਹੀ ਹੈ, ਉਹਦੇ ਵਿੱਚ ਸਿਵਲ ਸੋਸਾਇਟੀ ਗਰੁੱਪ ਉੱਠ ਰਿਹਾ ਵਾ, NGOs ਉੱਠ ਰਹੀਆਂ ਵਾ, ਲੋਕਾਂ 'ਚ ਅਵੇਅਰਨੈਸ ਲਿਆਂਦੀ ਰਹੀ ਆ। ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਦੇ ਲੈਵਲ ਦੇ ਉੱਤੇ ਜਿੰਨਾ ਰਿਕੁਆਇਰਡ ਹੈਗਾ ਉਨੀ ਅਟੈਂਸ਼ਨ, ਉਨੇ ਰਿਸੋਰਸਿਸ, ਉਨੀ ਕਮਿਟਮੈਂਟ, ਚਾਹੇ ਉਹ ਇੰਡੀਆ ਦੀ ਸਰਕਾਰ ਹੋਵੇ, ਚਾਹੇ ਅਮਰੀਕਾ ਦੀ ਸਰਕਾਰ ਹੋਵੇ, ਚਾਹੇ ਕਿਸੇ ਹੋਰ ਦੇਸ਼ ਦੀ ਸਰਕਾਰ ਹੋਵੇ, ਕਿਉਂਕਿ ਬਹੁਤੀ ਜਗ੍ਹਾ ਦੇ ਉੱਤੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਪ੍ਰੋ ਪੀਪਲ ਨਹੀਂ ਰਹੀਆਂ। ਮੋਸਟਲੀ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਮਕਸਦ ਕਿਸ ਤਰੀਕੇ ਦੇ ਨਾਲ ਤਾਕਤ ਦੇ ਵਿੱਚ ਰਹਿਣਾ, ਜੋ ਤਾਕਤ ਹੀ ਸਰਕਾਰਾਂ ਦਾ ਮਕਸਦ ਬਣ ਜਾਂਦਾ ਵਾ ਤੇ ਲੋਕ ਹਾਸ਼ੀਏ 'ਤੇ ਚੱਲ ਜਾਂਦੇ ਆ। ਚੋਣਾਂ ਜਾਂ ਹੋਰ ਤਰੀਕੇ ਉਹ ਇੰਸਟਰੂਮੈਂਟ ਜ਼ਰੂਰ ਹੁੰਦੇ ਆ, ਉਹ ਆਪਣੇ ਤਰੀਕੇ ਨਾਲ ਮੈਨੇਜ ਕਰ ਲੈਂਦੇ ਆ। ਤੋ ਇਸ ਕਰਕੇ ਇਹ ਠੀਕ ਆ ਕਿ ਮੁੱਦੇ ਆਏ ਆ, ਮੁੱਦਿਆਂ 'ਤੇ ਬਹਿਸ ਹੋਈ ਆ, ਪਰ ਕੰਕਰੀਟ ਕੀ ਹੁੰਦਾ ਉਹਦੇ ਉੱਤੇ ਆਉਣ ਵਾਲਾ ਸਮੇਂ ਦੱਸੂਗਾ। ਮੈਨੂੰ ਬਹੁਤੀ ਆਸ ਨਹੀਂ ਹੈਗੀ। ਜੋ ਇਹ ਅਨਾਉਂਸਮੈਂਟ ਹੋਈ ਹੈ ਇੰਡੀਆ, ਮਿਡਲ ਈਸਟ, ਯੂਰਪ ਦਾ ਜੋ ਇਕਨੋਮਿਕ ਕੋਰੀਡੋਰ ਹੈ, ਇਹਦਾ ਹਜੇ ਫਿਊਚਰ ਕੀ ਬਣੇਗਾ ਇਹ ਅਸੀਂ ਕੁਝ ਨਹੀਂ ਜਾਣਦੇ। ਤੇ ਇੱਕ ਜਿਹੜੀ ਨਵੀਂ ਡਿਵੈਲਪਮੈਂਟ ਹੈ ਸੇਖੋ ਸਾਹਿਬ ਕਿ G20 ਦੇ ਖਤਮ ਹੋਣ ਤੋਂ ਬਾਅਦ ਹੁਣ ਜਿਹੜਾ ਕੈਨੇਡਾ ਨਾਲ ਭਾਰਤ ਦਾ ਇਸ਼ੂ ਰਾਈਜ਼ ਹੋਇਆ ਤੇ ਇੱਦਾਂ ਲੱਗਦਾ ਕਿ ਸਾਰੀ ਇਹ ਜਿਹੜੀ ਯੂਰਪ ਦੀ ਪਾਵਰ ਹੈ ਇਹ ਸਾਰੀ ਕੈਨੇਡਾ ਨਾਲ ਖੜੀ ਹੋ ਗਈ ਹੈ ਤੇ ਕਿਤੇ ਨਾ ਕਿਤੇ ਭਾਰਤ ਇਕੱਲਾ ਹੀ ਪੈ ਗਿਆ। ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ G20 ਦੇ ਵਿੱਚ ਤਾਂ ਜਿਹੜੀਆਂ ਜੱਫੀਆਂ ਪਈਆਂ, ਭੰਗੜੇ ਪਏ ਤੇ ਸੈਲਫੀਆਂ ਲਈਆਂ ਗਈਆਂ, ਉਹਦਾ ਇਹ ਰਿਜ਼ਲਟ ਕੀ ਨਿਕਲਦਾ ਪਿਆ ਤੇ ਇਹਦੇ ਵਿੱਚ ਅਮਰੀਕਾ
ਕੈਨੇਡਾ ਤੇ ਭਾਰਤ ਦੇ ਵਿੱਚ ਕਿਹੜਾ ਰੋਲ ਅਦਾ ਕਰਦਾ ਪਿਆ, ਅਮਰੀਕਾ ਦਾ ਕਿਹੜਾ ਕ੍ਰੀਏਟਿਵ ਰੋਲ ਹੈ ਇਸ ਇਸ਼ੂ ਨੂੰ ਸੋਲਵ ਕਰਨ ਦੇ ਵਿੱਚ, ਜੋ ਕੈਨੇਡਾ ਔਰ ਇੰਡੀਆ ਦੇ ਵਿੱਚ ਇੱਕ ਟਕਰਾਓ ਪੈਦਾ ਹੋ ਗਿਆ। ਸੇਖੋਂ ਸਾਹਿਬ, ਮਿਡਲ ਈਸਟ ਦੀ ਗੱਲ ਕਰਦੇ ਆ ਆਪਾਂ, ਦੂਸਰਿਆਂ ਨਾਲ ਜੁੜਨ ਦੀ ਗੱਲ ਕਰਦੇ ਆ, ਅਸੀਂ ਆਪਣੇ ਗੁਆਂਢੀਆਂ ਨਾਲ ਜੁੜ ਲਈਏ। ਭਾਰਤ ਦੇ ਮੈਨੂੰ ਦੱਸੋ ਕਿਸੇ ਵੀ ਗੁਆਂਢੀ ਦੇ ਨਾਲ ਚੰਗੇ ਸੰਬੰਧ ਹੈਗੇ ਆ? ਅੱਜ ਅਸੀਂ ਪਾਕਿਸਤਾਨ ਨਾਲ ਜੁੜ ਜਾਈਏ ਤੇ ਸਾਡਾ ਜਿਹੜਾ ਇੱਥੋਂ ਦਾ ਟ੍ਰੇਡ ਆ, ਸਾਡੀ ਖੇਤੀਬਾੜੀ ਆ, ਖਾਸ ਕਰਕੇ ਉਹਦੇ ਵਿੱਚ ਖੁਸ਼ਹਾਲੀ ਆ ਸਕਦੀ ਆ। ਅਸੀਂ ਨੇਪਾਲ ਨਾਲ ਆਪਣੇ ਸੰਬੰਧ ਵਿਗਾੜ ਕੇ ਬੈਠੇ ਆ, ਚਾਈਨਾ ਅਗਲੇ ਪਾਸੇ ਆ ਰਿਹਾ ਹਨ। ਮਿਆਂਮਾਰ ਜਿਹੜਾ ਹੈਗਾ ਵਾ, ਤੇਲ ਤੁਸੀਂ ਲੱਭਦੇ ਰਹਿੰਦੇ ਜੋ, ਮੁੜ ਕੇ ਠੇਕਾ ਜਿਹੜਾ ਉਹ ਚੀਨ ਲੈ ਜਾਂਦਾ ਉਹਦੇ ਵਿੱਚੋਂ। ਬੰਗਲਾਦੇਸ਼ ਦੇ ਨਾਲ ਵੀ ਜਿਹੜੇ ਉਸ ਕਿਸਮ ਦੇ ਨਹੀਂ ਹੈਗੇ। ਸ੍ਰੀਲੰਕਾ ਕ੍ਰਾਈਸਿਸ ਦੇ ਵਿੱਚ ਇੰਡੀਆ ਨੇ ਮਦਦ ਕੀਤੀ, ਉਹਦੇ ਨਾਲ ਆਇਆ। ਅਸੀਂ ਬਾਅਦ ਦੀਆਂ ਗੱਲਾਂ ਕਰ ਲਵਾਂਗੇ, ਯੂਰਪ ਦੇ ਨਾਲ, ਮਿਡਲ ਈਸਟ ਦੇ ਨਾਲ ਜੁੜਨ ਦੀਆਂ ਬਾਅਦ 'ਚ ਗੱਲਾਂ ਕਰ ਲਵਾਂਗੇ। ਅਸੀਂ ਕੀ ਦੇਵਾਂਗੇ, ਕੀ ਅਸੀਂ ਇੱਥੋਂ ਜਿਹੜਾ ਐਕਸਪੋਰਟ ਕਰਾਂਗੇ, ਫੂਡ ਗ੍ਰੇਨ ਐਕਸਪੋਰਟ ਕਰਾਂਗੇ। 80% ਆਬਾਦੀ ਤੁਹਾਡੀ 5 ਕਿਲੋ ਅਨਾਜ ਤੇ ਰਹਿਣ ਡਈ ਹੈ। ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡੀਆਂ ਗੱਲਾਂ ਕਰਨ ਦੀ ਥਾਂ ਦੇ ਉੱਤੇ ਜੇ ਅਸੀਂ ਲੋਕਲ ਆਪਣੇ ਲੋਕਾਂ ਦੇ ਤੇ ਰੀਜਨਲ ਜਿਹੜੀ ਕੋਆਪਰੇਸ਼ਨ ਜਿਹੜੀ ਹੈਗੀ ਆ ਉਹਨੂੰ ਸਟਰੈਂਥਨ ਕਰ ਲਈਏ। ਸਾਡੇ ਕੋਲ ਸਾਰਕ ਹੁੰਦੀ ਸੀਗੀ 85 ਦੇ ਵਿੱਚ ਬਣੀ ਸੀਗੀ, ਉਹ ਡਿਸਫੰਕਸ਼ਨਲ ਹੈਗੀ ਆ। ਜੇ ਅਸੀਂ ਸਾਰਕ ਨੂੰ ਰਿਵਾਈਵ ਕਰ ਲਈਏ ਤਾਂ ਅਸੀਂ ਬਲੌਕ ਬਣ ਸਕਦੇ। ਦੂਸਰੀ ਗੱਲ, ਇਹ ਕੈਨੇਡੀਅਨ ਇਸ਼ੂ ਦੇ ਵਿੱਚ ਅਮਰੀਕਾ ਨੇ ਬਹੁਤ ਕਲੀਅਰ ਐਡਵਾਈਸ ਦੇ ਦਿੱਤੀ। ਮੇਰੇ ਖਿਆਲ ਇਸ ਮਸਲੇ ਦੇ ਉੱਤੇ ਖਾਸ ਕਰਕੇ ਜਿਹੜੀਆਂ 5 ਆਈਜ਼ ਹੈ ਜਾਂ ਯੂਨਾਈਟਡ ਸਟੇਟਸ ਆਫ ਅਮਰੀਕਾ ਦੇ ਜਿਹੜਾ ਸੈਕਟਰੀ ਆਫ ਸਟੇਟ ਨੇ ਜਦੋਂ ਇਹ ਸਿਗਨਲ ਦਿੱਤਾ ਹੈ ਕਿ ਖਾਸ ਕਰਕੇ ਭਾਰਤ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ, ਜਾਂ ਜਿਸ ਤਰੀਕੇ ਦੇ ਨਾਲ ਅਮਰੀਕਾ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਗੱਲ ਕੀਤੀ ਆ, ਉਹਦੇ ਨਾਲ ਸਾਡੀ ਸਥਿਤੀ ਬਹੁਤ ਹਾਸੋਹੀਣੀ ਹੋ ਗਈ ਆ। ਸਾਡੀ ਜਿਹੜੀ, ਮੈਨੂੰ ਮੈਂ ਕਹੂੰਗਾ ਵੀ ਇੱਕ ਤਾਂ ਟੋਟਲ ਫੇਲਿਅਰ ਆਫ ਡਿਪਲੋਮੇਸੀ ਆ, ਟੋਟਲ ਫੇਲਿਅਰ ਆਫ ਡਿਪਲੋਮੇਸੀ, ਟੋਟਲ ਫੇਲਿਅਰ। ਕਦੀ ਵੀ ਸਾਡੀ ਡਿਪਲੋਮੇਸੀ ਇੰਨੀ ਬੈਕਫੁੱਟ ਤੇ ਨਹੀਂ ਸੀ ਆਈ, ਕਦੀ ਸਾਡੀ ਫੋਰਨ ਪਾਲਿਸੀ ਦੀ ਇੰਨੀ ਨਮੋਸ਼ੀ ਨਹੀਂ ਸੀ ਹੋਈ, ਕਦੀ ਵੀ ਅਸੀਂ ਇਸ ਔਕਵਰਡ ਸਿਚੁਏਸ਼ਨ 'ਚ ਨਹੀਂ ਹੋਏ। ਅਸੀਂ ਹੁਣ ਗਲੋਬਲ ਕੋਸ਼ਿਸ਼ ਤਾਂ ਇਹ ਕਰਦੇ ਸੀ ਵੀ ਸ਼ਾਇਦ ਅਸੀਂ ਬਹੁਤ ਵੱਡਾ ਮਾਰਕਾ ਮਾਰ ਲੱਗੇ ਆ, ਬਹੁਤ ਵੱਡਾ ਇੱਕ ਜਿਹੜਾ ਹੈਗਾ ਅਸੀਂ ਇਹ ਆਪਣੇ ਆਪ ਨੂੰ ਜਿਹੜੀ ਹੈਗੀ ਉਹਨੂੰ ਸੌਫਟ ਪਾਵਰ ਤੋਂ ਹਾਰਡ ਪਾਵਰ ਬਣ ਲੱਗੇ ਆ, ਪਰ ਉਹ ਚੀਜ਼ ਬੈਕਫਾਇਰ ਕਰ ਗਈ। ਮੈਨੂੰ ਲੱਗਦਾ ਕਿ ਇਹਦੇ ਇਸ ਇੰਸੀਡੈਂਟ ਦੇ ਨਾਲ ਅਨਫੋਰਚੂਨੇਟ ਆ, ਸਰਕਾਰਾਂ ਦਾ ਕੀ ਵਿਗੜਨਾ ਨਹੀਂ ਵਿਗੜਨਾ, ਕਮਿਊਨਿਟੀ ਦਾ ਬਹੁਤ ਨੁਕਸਾਨ ਹੋਊਗਾ। ਔਰ ਖਾਸ ਕਰਕੇ ਜਿਹੜੀ ਇੰਡੀਅਨ ਕਮਿਊਨਿਟੀ ਹੈਗੀ ਹੈ ਉਹਦੇ ਵਿੱਚੋਂ ਡਿਵੀਜ਼ਨ ਹੋ ਗਈ। ਜਿਹੜੀ ਨਫ਼ਰਤ ਇੱਥੇ ਦੇਸ਼ ਦੇ ਵਿੱਚ ਸੀਗੀ, ਉਹ ਨਫ਼ਰਤ ਅਸੀਂ ਜਿਹੜੀ ਆਊਟਸੋਰਸ ਕਰ ਦਿੱਤੀ, ਕੈਨੇਡਾ ਦੇ ਵਿੱਚ ਕਰਤੀ। ਉੱਥੇ ਵੀ ਹਿੰਦੂ ਸਿੱਖ ਦਾ ਸਵਾਲ ਬਣ ਰਿਹਾ ਵਾ। ਅਮਰੀਕਾ 'ਚ ਗੱਲ ਸ਼ੁਰੂ ਹੋ ਗਈ, ਆਸਟ੍ਰੇਲੀਆ ਦੇ ਤੁਸੀਂ ਦੇਖਿਆ ਵਾ ਕਿ ਉਹੀ ਕੰਮ ਸ਼ੁਰੂ ਹੋ ਗਿਆ। ਜਿਹੜੀ ਰਾਜਨੀਤੀ ਅਸੀਂ ਇੱਥੇ ਕਰਦੇ ਸੀ ਕਿ ਕਦੀ ਗੁਰਦੁਆਰੇ ਦੇ ਕੰਧਾਂ ਦੇ ਕੁਛ ਲਿਖ ਦਿਓ, ਕਦੀ ਮੰਦਿਰਾਂ ਦੇ ਕੰਧਾਂ ਦੇ ਲਿਖ ਦਿਓ, ਇਹ ਕੰਮ ਅਸੀਂ ਬਾਹਰਲੇ ਪਾਸੇ ਜਿਹੜਾ ਸੀ ਉੱਥੇ ਕਰਵਾਉਣਾ ਸ਼ੁਰੂ ਕਰ ਦਿੱਤਾ। ਸੋ ਅਮਰੀਕਾ ਦਾ ਜਾਂ ਇਹਨਾਂ ਦੇ ਯੂਰਪੀਅਨ ਹੋਰ ਆ ਜਾਂ ਆਸਟ੍ਰੇਲੀਆ ਦਾ ਖਾਸ ਕਰਕੇ ਇਸ ਮੁੱਦੇ ਦੇ ਉੱਤੇ, ਕਿਉਂਕਿ ਉਹ ਸਿਟੀਜ਼ਨ ਸੀਗਾ ਔਰ ਸ਼ਾਇਦ ਇਹਨਾਂ ਨੇ ਐਂਟੀਸਪੇਟ ਨਹੀਂ ਸੀ ਕੀਤਾ ਵੀ ਇਹਦੇ ਕਨਸੀਕੁਐਂਸਿਸ ਕੀ ਹੋ ਸਕਦੇ ਆ। ਔਰ ਬਹੁਤ ਲੰਮਾ ਸਮਾਂ ਇੰਡੀਆ ਡਿਨਾਇਲ ਮੂਡ ਦੇ ਵਿੱਚ ਰਿਹਾ ਔਰ ਹੁਣ ਇਹ ਆ ਗਿਆ ਕਿ ਭਾਈ ਜੇ ਸਾਨੂੰ ਕ੍ਰੈਡੀਬਲ ਐਵੀਡੈਂਸ ਮਿਲਣਗੇ ਤੇ ਅਸੀਂ ਉਹਨੂੰ ਦੇਖਾਂਗੇ। ਇਹਦਾ ਮਤਲਬ ਹੈਗਾ ਕਿ ਹੌਲੀ ਉਸ ਪਾਸੇ ਵੱਲ ਗੱਲ ਆਉਣ ਡਈ ਆ। ਔਰ ਇਹ ਸਾਰੀ ਜਿਹੜੀ ਇਸ ਕਿਸਮ ਦਾ ਸਿਨੈਰੀਓ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੀ ਇੱਕ ਬਹੁਤ ਸਕਸੈਸਫੁਲ ਫੋਰਨ ਪਾਲਿਸੀ ਹੁੰਦੀ ਸੀਗੀ, ਜਿਹਦੇ ਉੱਤੇ ਸਾਨੂੰ ਮਾਣ ਵੀ ਹੁੰਦਾ ਸੀਗਾ ਕਿ ਉਸ ਸਮੇਂ ਦੇ ਵਿੱਚ ਕੋਲਡ ਵਾਰ ਪੋਲਿਟਿਕਸ ਦੇ ਵਿੱਚ 2 ਧਿਰਾਂ ਹੁੰਦੀਆਂ ਸੀਗੀਆਂ। ਔਰ ਖਾਸ ਕਰਕੇ ਅਸੀਂ ਸੋਵੀਅਤ ਨਾਲ ਸੰਧੀ ਵੀ ਕੀਤੀ ਸੀ 1971 ਦੇ ਵਿੱਚ। ਅਸੀਂ ਆਪਣਾ ਜਿਹੜਾ ਨੈਸ਼ਨਲ ਇੰਟਰਸਟ ਸੀਗਾ ਜਾਂ ਕਿੰਨਾ ਹਾਲਾਤਾਂ ਦੇ ਵਿੱਚੋਂ ਜਿਹੜੇ ਚੈਲੰਜਿੰਗ ਕ੍ਰਾਈਸਿਸ ਸੀਗਾ 60s ਵਾਲਾ, ਕਿਸ ਤਰੀਕੇ ਨਾਲ ਦੇਸ਼ ਨੂੰ ਜਿਹੜਾ ਸੀਗਾ ਉਹ ਬਾਹਰ ਕੱਢਿਆ ਸੀਗਾ, ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਸੀਗੀ ਅਸੀਂ ਦੋਵਾਂ ਵੱਡੀਆਂ ਤਾਕਤਾਂ ਦੇ ਉੱਤੋਂ ਪਬਲਿਕ ਸੈਕਟਰ ਵਾਸਤੇ ਤੇ ਪ੍ਰਾਈਵੇਟ ਸੈਕਟਰ ਵਾਸਤੇ ਮਦਦ ਲੈ ਕੇ ਇਹਦੀ ਫਾਊਂਡੇਸ਼ਨ ਜਿਹੜੀ ਉਹ ਸਟਰੋਂਗ ਕੀਤੀ ਸੀਗੀ। ਤੇ ਮੈਨੂੰ ਲੱਗਦਾ ਵੀ ਇਹ ਬਹੁਤ ਵੱਡਾ ਚੈਲੰਜ ਆ ਪਾਲਿਸੀ ਮੇਕਰਸ ਨੂੰ, ਜਾਂ ਜਿਹੜੇ ਡਿਸੀਜਨ ਮੇਕਰਸ ਹੈਗੇ ਆ, ਜਾਂ ਜਿਹੜੇ ਜ਼ਿੰਮੇਵਾਰ ਲੋਕ ਹੈਗੇ ਆ। ਕਿਉਂਕਿ ਇੱਥੇ ਤਾਂ ਤੁਸੀਂ ਦਬਾ ਸਕਦੇ ਹੋ, ਜਦੋਂ ਗੱਲ ਗਲੋਬਲ ਲੈਵਲ ਤੇ ਨਿਕਲਦੀ ਆ ਉੱਥੇ ਦੇਸ਼ ਦੇ ਬਾਰੇ, ਕਿਉਂਕਿ ਉੱਥੇ ਵਿਅਕਤੀ ਨਹੀਂ ਡਿਸਕਸ ਹੁੰਦੇ, ਉਦੋਂ ਕੰਟਰੀ ਡਿਸਕਸ ਹੁੰਦਾ। ਤੇ ਜੇ ਕੋਈ ਇੱਦਾਂ ਦੀ ਸਮੱਸਿਆ ਹੈਗੀ ਆ ਜਿਹੜੀ ਉਹਨਾਂ ਨੇ ਗੱਲ ਕਹੀ ਆ, ਤੇ ਬਹੁਤ ਅਨਫੋਰਚੂਨੇਟ ਔਰ ਬਹੁਤ ਉਹਨੂੰ ਕਹੀਏ ਕਿ ਬਹੁਤ ਵੱਡੀ ਸਾਡੀ ਨਮੋਸ਼ੀ ਵਾਲੀ ਗੱਲ ਆ। ਤੇ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਵਾ ਇਹ ਲੰਮੇ ਸਮੇਂ ਤੱਕ ਇਹ ਜਿਹੜੀ ਘਟਨਾਕ੍ਰਮ ਹੋਇਆ ਵਾ ਔਰ ਇਹਦੇ ਜਿਹੜੇ ਕਨਸੀਕੁਐਂਸਿਸ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵੀ ਸੀਰੀਅਸ ਹੋ ਸਕਦੇ ਆ। ਔਰ ਹੋਰ ਵੀ ਜਿਹੜਾ ਹੈਗਾ ਖਾਸ ਕਰਕੇ ਇਹ ਦੋਵਾਂ ਦੇਸ਼ਾਂ ਦੇ ਵਿੱਚ ਤਾਂ ਹੈਗੇ ਆ, ਕਮਿਊਨਿਟੀਜ਼ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਮੁੱਦਾ ਬਿਲਕੁਲ ਜਿਹੜਾ ਸੀਗਾ ਉਹ ਕਾਰਪਟ ਥੱਲੇ ਸੀਗਾ, ਹੌਲੀ ਜਿਹੜਾ ਸੀ ਉਹਦੇ ਬਾਰੇ ਵੀ ਗੱਲ ਹੋਣੀ ਸ਼ੁਰੂ ਹੋ ਗਈ ਆ। ਤਾਂ ਇਹ ਸਾਰਾ ਮੇਰੇ ਖਿਆਲ ਮੋਟੇ ਤੌਰ ਤੇ ਮਿਸਫਾਇਰ ਹੀ ਹੋਇਆ, ਜੋ ਕੁਝ ਵੀ ਇੱਥੋਂ ਦੀਆਂ ਸਰਕਾਰਾਂ ਵੱਲੋਂ ਜਾਂ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਲੋਕ ਸੀ ਉਹਨਾਂ ਵੱਲੋਂ ਹੋਇਆ। ਜੀ, ਐਕਸਪਰਟਸ ਕਹਿੰਦੇ ਨੇ ਕਿ G20 ਨੂੰ ਜੋ ਰੂਲਿੰਗ ਪਾਰਟੀ ਹੈ ਇਸ ਵਕਤ ਜੋ ਸੱਤਾ ਦੇ ਵਿੱਚ ਹੈ, ਜੋ ਗਵਰਨਮੈਂਟ ਹੈ ਜਿਸ ਦੀ,
ਉਸ ਪਾਰਟੀ ਨੇ ਇਸ ਨੂੰ ਆਪਣੀ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਵਜੋਂ ਵਰਤਿਆ ਹੈ, ਜੋ ਸਨ 2024 ਦੇ ਵਿੱਚ ਭਾਰਤ ਦੇ ਵਿੱਚ ਹੋਣ ਜਾ ਰਹੀਆਂ ਨੇ। ਉਸ ਦੀ ਇੱਕ ਸ਼ੁਰੂਆਤ ਹੈ, ਉਸ ਕੈਂਪੇਨ ਦੇ ਰੂਪ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਹੈ G20 ਦੀ ਸਮਿਟ ਨੂੰ, ਔਰ ਇਸ ਦਾ ਸਾਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਚਰਚਾ ਹੈ। ਦੂਜੀ ਗੱਲ ਇਹ ਹੈ ਕਿ ਜੋ ਕੈਨੇਡਾ ਨਾਲ ਸਾਡਾ ਇਸ਼ੂ ਚੱਲਦਾ ਪਿਆ ਉਹ ਵੀ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤੁਹਾਨੂੰ ਲੱਗਦਾ ਹੈ ਕਿ ਜੋ ਇਹ ਦੋਵਾਂ ਘਟਨਾਵਾਂ ਦੇ ਨਾਲ ਇੱਕ ਮਾਹੌਲ ਬਣਦਾ ਪਿਆ, ਤੇ ਉਸ ਤੋਂ ਪਹਿਲਾਂ ਤਾਂ ਆਪਾਂ ਦੇਸ਼ ਦੇ ਅੰਦਰ ਜਿਹੜੀਆਂ ਘਟਨਾਵਾਂ ਹੋਈਆਂ ਨੇ, ਜਿੱਦਾਂ ਮਨੀਪੁਰ ਦੀ ਹੋ ਗਈ, ਹਰਿਆਣਾ ਦੀ ਨੂਹ ਦੀ ਹੋ ਗਈ, ਹੋਰ ਛੋਟੀਆਂ-ਛੋਟੀਆਂ ਘਟਨਾਵਾਂ ਉਹਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਪਈਆਂ ਨੇ, ਔਰ ਜੋ ਸਾਰਾ ਮਾਹੌਲ ਬਣਦਾ ਪਿਆ, ਔਰ ਉਧਰ ਇੰਡੀਆ ਫਰੰਟ ਜੋ ਹੈ ਉਹ ਮਜ਼ਬੂਤ ਹੁੰਦਾ ਪਿਆ, ਜੋ ਚੁਣੌਤੀ ਦੇਣ ਵਾਲਾ ਹੈ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ NDA ਨੂੰ। ਇੱਕ ਉਸ ਫਰੰਟ ਦੀ ਗੱਲ ਹੁੰਦੀ ਹੈ, ਔਰ ਉਸ ਫਰੰਟ ਕਰਕੇ ਕਹਿੰਦੇ ਨੇ ਕਿ ਭਾਰਤ ਦਾ ਨਾਂ ਇੰਡੀਆ ਹੋਵੇ ਜਾਂ ਭਾਰਤ ਹੋਵੇ, ਇੱਕ ਉਹ ਵੀ ਡਿਬੇਟ ਚੱਲਦੀ ਪਈ ਹੈ। ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਵੀ ਚੱਲਦੀ ਪਈ ਹੈ। ਇਹ तमाम ਜਿਹੜੇ ਇਸ਼ੂ ਨੇ, ਤੇ ਹੁਣ ਜਿਹੜਾ ਔਰਤਾਂ ਦਾ ਰਾਖਵਾਂਕਰਨ, ਇਹ ਵੀ ਪਾਸ ਹੋਇਆ ਬਿੱਲ, ਔਰ ਇਹਦਾ ਸਾਰਾ ਕ੍ਰੈਡਿਟ ਲੈਣਾ ਚਾਹੁੰਦੇ ਹੈ ਰੂਲਿੰਗ ਪਾਰਟੀ ਜੋ ਇਸ ਵਕਤ ਸੱਤਾ ਦੇ ਵਿੱਚ ਹੈ। ਇਹ ਵੀ ਐਕਸਪਰਟ ਮੰਨਦੇ ਨੇ ਕਿ ਸਾਰਾ ਕ੍ਰੈਡਿਟ ਉਹ ਲੈਣਾ ਚਾਹੁੰਦੇ ਨੇ, ਜਦ ਕਿ ਇਹ ਇਸ਼ੂ ਬਹੁਤ ਪੁਰਾਣਾ ਹੈ, ਬਹੁਤ ਲੰਬੇ ਸਮੇਂ ਤੋਂ ਇਹ ਡਿਸਕਸ਼ਨਸ ਚੱਲਦੀਆਂ ਪਈਆਂ ਨੇ। ਸੋ ਇੱਥੇ ਆ ਕੇ ਵੀ ਰਾਏ ਲੋਕਾਂ ਦੀ ਉਲਟ ਵੀ ਚਲੀ ਜਾਂਦੀ ਹੈ ਇੱਕ ਦੂਜੀ ਪਾਰਟੀ ਦੇ ਖਿਲਾਫ, ਔਰ ਕਿਤੇ ਨਾ ਕਿਤੇ ਹੱਕ ਵਿੱਚ ਵੀ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਜਿਹੜਾ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ, ਜਿਹੜੀ ਇਹ ਸਾਰੀ ਖਿਚੜੀ ਬਣੀ ਹੋਈ ਹੈ, ਇਹਦਾ ਕੀ ਅਸਰ ਪਏਗਾ 2024 ਦੀਆਂ ਇਲੈਕਸ਼ਨਸ ਦੇ ਉੱਤੇ? ਸੇਖੋ ਸਾਹਿਬ, ਮੈਨੂੰ ਲੱਗਦਾ ਕਿ ਲੋਕ ਬਹੁਤ ਕਲੀਅਰ ਆ। ਲੋਕਾਂ ਦਾ ਜਿਹੜਾ G20 ਹੋ ਗਿਆ, ਠੀਕ ਆ, ਕੁਝ ਲੋਕਾਂ ਦਾ ਹੋ ਗਿਆ, ਜਾਂ ਜਿਹੜੀਆਂ ਹੋਰ ਗੱਲਾਂ, ਲੋਕਾਂ ਦੇ ਮੁੱਦੇ ਬੁਨਿਆਦੀ ਮੁੱਦੇ ਆ। ਲੋਕਾਂ ਦਾ ਰੁਜ਼ਗਾਰ ਦਾ ਮੁੱਦਾ ਹੈ, ਕਿਸਾਨੀ ਬਹੁਤ ਸੀਰੀਅਸ ਕ੍ਰਾਈਸਿਸ ਦੇ ਵਿੱਚ ਆ। ਹੁਣ G20 ਦੇ ਵਿੱਚ ਸਾਡਾ ਅਜੇ ਵੀ ਆਲਮੋਸਟ ਜਿਹੜਾ 50% ਤੋਂ ਜ਼ਿਆਦਾ ਆਬਾਦੀ ਜਿਹੜੀ ਆ ਉਹ ਕਿਸਾਨੀ ਤੇ ਡਿਪੈਂਡੈਂਟ ਹੈਗੀ ਆ। ਸਭ ਨੂੰ ਪਤਾ ਕਿ ਜਿਹੜੇ G20 ਵਰਗੇ ਜਿਹੜੇ ਇਸ ਕਿਸਮ ਦੇ ਚੀਜ਼ਾਂ ਹੁੰਦੀਆਂ, ਜਾਂ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨਸ ਹੈਗੀ ਆ, ਜਾਂ ਗਲੋਬਲ ਟ੍ਰੇਡ ਦੇ ਵਿੱਚ ਕਿਸਾਨੀ ਨੂੰ ਇੱਕ ਲੁੱਟਮਾਰ ਦਾ ਸਾਧਨ ਸਮਝਿਆ ਜਾਂਦਾ, ਔਰ ਕਿਸਾਨੀ ਨੂੰ ਹਮੇਸ਼ਾ ਜਿਹੜਾ ਹੈਗਾ ਵਾ ਉਹਨੂੰ ਗਰੀਬ ਰੱਖਣ ਦੇ ਵਿੱਚ ਹੀ ਫਾਇਦਾ ਹੁੰਦਾ। ਉਹਦੇ ਵਿੱਚ ਕੋਈ ਇਹਦਾ ਏਜੰਡਾ ਨਹੀਂ ਹੈਗਾ। ਵਾਇਲੈਂਸ ਵਾਲਾ ਪਾਰਟ ਹੈਗਾ। ਤੁਸੀਂ ਦੇਖੋ ਇਹਨਾਂ ਦਾ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ, ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਇਹ ਜਿਹੜਾ ਚਾਰਮ ਸੀਗਾ, ਜਾਂ ਜਿਹੜਾ ਖਾਸ ਕਰਕੇ ਉਹ ਜਿਹੜਾ 2010-12 ਦੇ ਵਿੱਚ ਜਿਹੜੇ ਹਾਲਾਤ ਸੀਗੇ, ਉਹ ਜਿਹੜੇ UPA ਦੇ ਅਗੇਂਸਟ ਵਾਲੇ ਪਾਸੇ ਵੱਲ, ਔਰ ਇਹ ਜਿਹਦੀ ਵਜ੍ਹਾ ਕਰਕੇ ਇਹ ਤਾਕਤ ਦੇ ਵਿੱਚ ਆਏ ਸੀਗੇ। ਔਰ ਜਿਸ ਕਿਸਮ ਦਾ ਵਰਤਾਰਾ ਇਸ ਸਰਕਾਰ ਦਾ ਹੈਗਾ, ਸਿਰਫ ਉਹਦੇ ਵਿੱਚ ਹੀ ਨਹੀਂ ਹੈਗਾ, ਪਿਛਲੇ ਸਮੇਂ ਦੇ ਵਿੱਚ ਜਿਸ ਕਿਸਮ ਦੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਆ, ਜਿਸ ਕਿਸਮ ਦਾ ਸਪਰੈਸ ਕੀਤਾ ਜਾ ਰਿਹਾ, ਜਿਸ ਕਿਸਮ ਦੀ ਨਫ਼ਰਤ ਜਿਹੜੀ ਹੈਗੀ ਆ ਉੱਤੋਂ ਲੈ ਕੇ ਥੱਲੇ ਤੱਕ। ਮਤਲਬ ਜਿਹੜਾ ਸਾਡਾ ਪ੍ਰਧਾਨ ਸੇਵਕ ਵੀ ਕਹਿੰਦੇ ਆ ਕਿ ਜਿਹੜੇ ਦੰਗਿਆਂ ਕਰਨ ਵਾਲੇ ਉਹ ਕੱਪੜਿਆਂ ਤੋਂ ਪਛਾਣੇ ਜਾਂਦੇ ਆ, ਜਦੋਂ ਸ਼ਮਸ਼ਾਨ ਘਾਟ ਦੀ ਗੱਲ ਕਰਦੇ ਆ, ਜਾਂ ਦੂਸਰਾ ਜਿਹੜਾ ਹੈਗਾ ਕਬਰਸਤਾਨ ਦੀਆਂ ਗੱਲਾਂ ਕਰਦੇ ਆ। ਸੋ ਮੇਰਾ ਖਿਆਲ ਹੈ ਵੀ ਨਫ਼ਰਤ ਇਹਨਾਂ ਨੇ ਇੱਕ ਲੈਵਲ ਤੱਕ ਪੈਦਾ ਕਰਕੇ ਇਸ ਲੈਵਲ ਤੱਕ, ਪੀਕ ਤੱਕ ਪਹੁੰਚ ਗਏ। ਮੈਨੂੰ ਇਹ ਲੱਗਦਾ ਕਿ ਨਹੀਂ, ਇੰਡੀਆ ਦੇ ਲੋਕ ਜਿਹੜੇ ਆ ਖਾਸ ਕਰਕੇ ਜਦੋਂ ਵੋਟ ਪਾਉਂਦੇ ਆ, ਉਹਨਾਂ ਦੀ ਪੋਲੀਟੀਕਲ ਆਟੋਨਮੀ ਹੈਗੀ ਆ। ਅਸੀਂ ਰੀਸੈਂਟ ਹੋਈਆਂ ਕਰਨਾਟਕਾ ਦੀ ਇਲੈਕਸ਼ਨ ਸਾਡੇ ਬਿਲਕੁਲ ਸਾਹਮਣੇ ਆ। ਪ੍ਰਧਾਨ ਮੰਤਰੀ ਨੇ ਸ਼ਾਇਦ 10-12 ਦਿਨ ਉੱਥੇ ਲਾਏ, ਬਜਰੰਗ ਬਲੀ ਨੂੰ ਜਿਹੜਾ ਸੀਗਾ ਉੱਥੇ ਮੁੱਦਾ ਬਣਾਇਆ, ਔਰ ਜਿਸ ਤਰੀਕੇ ਨਾਲ ਰੋਡ ਸ਼ੋਅ ਕੀਤੇ ਲੋਕਾਂ ਨੇ ਉਹਨੂੰ ਆਊਟਰਾਈਟਲੀ ਜਿਹੜਾ ਰਿਜੈਕਟ ਕੀਤਾ। ਕਮ ਵਟ ਮੇ ਕਿ ਇਹ ਇੰਡੀਆ ਦਾ ਅਲਾਇੰਸ ਵੀ ਭਾਰਤੀ ਚੋਣ ਪ੍ਰਣਾਲੀ ਦੇ ਵਿੱਚ ਕਿਸੇ ਵੀ ਰੂਲਿੰਗ ਪਾਰਟੀ ਦੀ ਇਲੈਕਸ਼ਨ ਤੋਂ ਪਹਿਲਾਂ ਬਣਿਆ ਹੋਇਆ ਅਲਾਇੰਸ ਹੈ। ਨਾ 77 ਚ ਬਣਿਆ ਸੀ ਕੋਈ ਅਲਾਇੰਸ, ਨਾ 89 ਚ ਬਣਿਆ ਸੀ, ਨਾ 91 ਚ ਬਣਿਆ ਸੀ, ਕਦੀ ਅਲਾਇੰਸ ਨਹੀਂ ਸੀ ਬਣਿਆ। ਇਹ ਪਹਿਲੀ ਵਾਰੀ ਅਲਾਇੰਸ ਬਣਿਆ ਵਾ। ਅਲਾਇੰਸ ਔਰ ਨੋ ਅਲਾਇੰਸ ਜਦੋਂ ਲੋਕੀ ਡਿਸਾਈਡ ਕਰ ਲੈਂਦੇ ਆ, ਤੇ ਉਦੋਂ ਫਿਰ ਲੋਕੀ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਵੇਲੇ ਮੈਨੂੰ ਲੱਗਦਾ ਕਿ ਮੋਟੇ ਤੌਰ ਤੇ ਲੋਕ ਮਹਿੰਗਾਈ ਤੋਂ, ਗਰੀਬੀ ਤੋਂ, ਜੁਮਲੇਬਾਜ਼ੀ ਤੋਂ, ਜਾਂ ਜਿਹੜੀ ਇਹਨਾਂ ਦੀ ਨਫ਼ਰਤ ਹੈਗੀ ਆ, ਨੱਕੋ ਨੱਕ ਭਰੇ ਆ। ਔਰ ਕੁਆਇਟ ਪੋਸੀਬਲ ਆ ਕਿ 2024 ਜਿਹੜਾ ਹੈਗਾ ਉਹ ਇੰਡੀਅਨ ਇਲੈਕਸ਼ਨ ਦੇ ਵਿੱਚ, ਇਲੈਕਟਰਲ ਪ੍ਰੋਸੈਸ ਦੇ ਵਿੱਚ, ਜਾਂ ਜਿਹੜਾ ਪੋਸਟ ਇਲੈਕਸ਼ਨ ਜਿਹੜਾ ਸਿਨੈਰੀਓ ਹੋਊਗਾ, ਉਹਦੇ ਵਿੱਚ ਇਹ ਕਾਫੀ ਮੁੱਦੇ ਜਿਹੜੇ ਸਵਾਲ ਇਸ ਵੇਲੇ ਹੈਗੇ ਉਹ ਰਿਜ਼ੋਲਵ ਹੋ ਜਾਣਗੇ, ਜਿਹਦੇ ਨਾਲ ਇੱਕ ਨਵਾਂ ਰਸਤਾ ਤਿਆਰ ਹੋਊਗਾ। ਕੈਨੇਡਾ ਨਾਲ ਵੀ ਰਿਲੇਸ਼ਨਸ ਜਿਹੜੇ ਹੋਣਗੇ ਠੀਕ ਹੋਣਗੇ। ਅਮਰੀਕਾ ਦੇ ਨਾਲ ਵੀ ਜਿਹੜਾ ਹੈਗਾ ਤੁਸੀਂ ਪੰਗਾ ਲੈ ਕੇ ਜਿਹੜਾ ਇਹਨਾਂ ਪੰਗਾ ਲਿਆ ਵਾ, ਉਹ ਖਾਸ ਕਰਕੇ ਇਹ ਮੁੱਦੇ ਦੇ ਉੱਤੇ ਉਹ ਵੀ ਜਿਹੜਾ ਹੈਗਾ, ਇਹ ਮੇਰਾ ਖਿਆਲ ਆ ਵੀ ਇੰਨਾ ਸੌਖਾ ਨਹੀਂ ਹੈਗਾ। ਤੋ ਮੈਂ ਤਾਂ ਬਹੁਤ ਕਲੀਅਰ ਹੈਗਾ, ਲੱਗਦਾ ਮੈਨੂੰ ਕਿ ਪੋਸੀਬਲੀ ਲੋਕ ਜਿਹੜੇ ਹੈਗੇ ਰਿਸਪੌਂਸੀਬਲੀ ਬਿਹੇਵ ਕਰਨਗੇ, ਔਰ ਰਿਸਪੌਂਸੀਬਲ ਬਿਹੇਵੀਅਰ ਦੇ ਵਿੱਚੋਂ ਤੁਸੀਂ ਦੇਖੋ ਵੀ ਸਨਾਤਨ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਕੀ ਕੰਮ ਸ਼ੁਰੂ ਕੀਤਾ ਸੀ, ਉਹ ਬੈਕਫਾਇਰ ਕਰ ਗਿਆ। ਔਰ ਜਿਨ੍ਹਾਂ ਦੇ ਜਾਤੀਵਾਦ ਵਾਲਾ ਕੰਮ ਸੀਗਾ ਉਹ ਕਿਤੇ ਕੰਮ ਨਹੀਂ ਕਰਿਆ। ਵਿਮਨ ਰਿਜ਼ਰਵੇਸ਼ਨ ਬਿੱਲ ਇੱਕ ਜਿਹੜਾ ਹੁੰਦਾ ਨਾ, ਟੰਗ ਦੇਣਾ ਉਤਲੇ ਪਾਸੇ ਆ ਵੀ 15 ਸਾਲਾਂ ਨੂੰ 20 ਸਾਲਾਂ ਤੱਕ ਤੁਸੀਂ ਡੀਕਦੇ ਰਹੋ, ਲੋਕੀ ਇੰਪੇਸ਼ੈਂਟ ਆ। ਹੁਣ ਇਹ ਡਿਪੈਂਡ ਕਰਦਾ ਕਿ ਦੂਸਰਾ ਇੰਡੀਆ ਜਿਹੜਾ ਹੈਗਾ ਕਿਹੜਾ ਏਜੰਡਾ ਲੈ ਕੇ ਆਉਂਦਾ। ਜੇ ਉਹ ਕਿਸਾਨਾਂ ਦਾ ਏਜੰਡਾ ਲੈ ਕੇ ਆਉਂਦੇ, MSP ਦਾ ਉਹ ਸਾਹਮਣੇ ਰੱਖਦੇ ਆ, ਜਿਹੜਾ ਉਹਨਾਂ ਨੇ ਪ੍ਰੋਮਿਸ ਕਰਦੇ, ਇਸ ਸਰਕਾਰ ਨੇ ਵੀ ਕੀਤਾ ਸੀਗਾ। ਵਿਮਨ ਦੀ ਇਮੀਡੀਏਟ ਜਿਹੜੀ ਹੈਗੀ ਉਹ ਜਿਹੜੀ
ਇੰਪਲੀਮੈਂਟ ਕਰਦੀ। ਇਹ ਸਰਕਾਰ ਨੇ ਅਜੇ ਤੱਕ ਸੈਂਸਸ ਨਹੀਂ ਕਰਾਇਆ। ਔਰ ਦੂਸਰੇ ਪਾਸੇ ਕਾਸਟ ਸੈਂਸਸ ਤਾਂ ਬਹੁਤ ਦੂਰ ਦੀ ਗੱਲ ਆ। ਇਹਨਾਂ ਨੇ ਜਿਹੜੀ ਵਿਮਨ ਦੀ ਜਿਹੜੀ ਰਿਜ਼ਰਵੇਸ਼ਨ ਆ, ਉਹ ਜਿਹੜੀ ਜੈਂਡਰ ਰੇਸ਼ੋ ਆ ਉਹਦੇ ਨਾਲ ਜੋੜ ਕੇ ਦਿੱਤੀ। ਉਹ ਕਦੋਂ ਹੋਊਗਾ, ਅਗਲੀ ਵਾਰ ਹੋਊਗਾ, ਉਹ ਹੋਊਗਾ। ਇਹ ਟਰਕੋਲੋਬਾਜੀ ਆ। ਮੈਨੂੰ ਲੱਗਦਾ ਕਿ 2024 ਦੇ ਵਿੱਚ ਲੋਕ ਚਾਹਣਗੇ ਕਿ ਇੰਸਟੈਂਟ ਸਾਨੂੰ ਜਿਹੜਾ ਇਹਦਾ ਇਹਨਾਂ ਮੁੱਦਿਆਂ ਦਾ ਸਾਨੂੰ ਜਿਹੜਾ ਹੈਗਾ ਜਵਾਬ ਮਿਲੇ, ਤੇ ਪੋਸੀਬਲੀ ਇਹ ਸਰਕਾਰ ਤੋਂ ਤਾਂ ਕੋਈ ਪੋਸੀਬਿਲਿਟੀ ਹੈ ਨਹੀਂ ਗੀ ਕੋਈ ਨਾ ਕੋਈ ਵਾਇਬਲ ਆਲਟਰਨੇਟਿਵ ਆਉਣ ਦੀ। ਸਾਨੂੰ ਤਾਂ ਘੱਟੋ ਘੱਟ ਬਹੁਤ ਆਸ ਹੈਗੀ ਆ। ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਹੈ ਔਰ ਲੋਕਾਂ ਦੀ ਤਾਕਤ ਹੀ ਇਹ ਫੈਸਲਾ ਕਰਦੀ ਹੈ ਕਿ ਕੌਣ ਸੱਤਾ ਵਿੱਚ ਰਹੇਗਾ ਤੇ ਕੌਣ ਸੱਤਾ ਦੇ ਵਿੱਚ ਨਹੀਂ ਰਹੇਗਾ। ਹੁਣੇ 2024 ਦੀਆਂ ਇਲੈਕਸ਼ਨਸ ਦੱਸਣਗੀਆਂ ਕਿ ਲੋਕਾਂ ਦਾ ਸਮਝਦਾਰੀ ਦਾ ਸਬੂਤ ਕੀ ਹੈ ਔਰ ਲੋਕੀ ਆਪਣੀ ਸਮਝਦਾਰੀ ਦੇ ਨਾਲ ਆਪਣੀ ਵੋਟ ਦੀ ਵਰਤੋਂ ਕਿਵੇਂ ਕਰਦੇ ਨੇ ਔਰ ਲੋਕਤੰਤਰ ਦੀ ਪਰਿਭਾਸ਼ਾ ਨੂੰ ਇੱਕ ਨਵੀਂ ਦਸ਼ਾ ਤੇ ਇੱਕ ਨਵੀਂ ਦਿਸ਼ਾ ਕਿਵੇਂ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਸੇਖੋ ਸਾਹਿਬ, ਇਸ ਵਿਸ਼ੇ ਦੇ ਉੱਤੇ ਤੁਸੀਂ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਇੱਕ ਗੱਲ ਮੈਂ ਕਹਿਣੀ ਚਾਹੂੰਗਾ ਅਖੀਰ ਤੇ। ਜੀ ਜ਼ਰੂਰ। ਐਟਲੀਸਟ ਮੈਨੂੰ ਬਹੁਤ ਆਪਣੇ ਲੋਕਾਂ ਦੇ ਯਕੀਨ ਆ, ਔਰ ਇਹ ਗੱਲ ਮੈਂ ਆਪਣੇ ਪਿਛਲੇ ਇਲੈਕਟਰਲ ਪ੍ਰੋਸੈਸ ਦੀ ਸਟੱਡੀ ਕਰਦਿਆਂ ਕਿ ਮੇਰੀ ਧਾਰਨਾ ਬਣੀ ਆ ਕਿ ਜਦੋਂ ਲੋਕ ਡਿਸਾਈਡ ਕਰ ਲੈਂਦੇ, ਪੋਸੀਬਲੀ ਲੋਕਾਂ ਨੇ ਡਿਸਾਈਡ ਕਰ ਲਿਆ। ਖਾਸ ਕਰਕੇ ਜੋ ਇਹਨਾਂ ਦੇ ਇੱਕ ਚੁਣੇ ਹੋਏ ਨੁਮਾਇੰਦੇ ਨੇ ਲੋਕ ਸਭਾ ਦੇ ਵਿੱਚ ਬੋਲਿਆ, ਜੋ ਇਹਨਾਂ ਦੀ ਬੋਲੀ ਹੈਗੀ ਆ, ਉਹ ਜੋ ਨਫ਼ਰਤ ਹੈਗੀ ਆ, ਉਹ ਨਫ਼ਰਤ ਨੂੰ ਹੁਣ ਲੋਕੀ ਪਸੰਦ ਨਹੀਂ ਕਰਦੇ। ਉਹ 2024 ਚ ਟੋਲਰੇਟ ਵੀ ਨਹੀਂ ਕਰਨਗੇ। ਔਰ ਇਹ ਸ਼ਾਇਦ ਕਿਤੇ 77 ਨਾ ਹੋ ਜਾਵੇ, 1977 ਜਿਹੜਾ ਸੀਗਾ ਉੱਦਾਂ ਦਾ ਸਿਨੈਰੀਓ ਨਾ ਬਣ ਜਾਵੇ। ਇਹ ਕਿਸੇ ਨੂੰ ਮੂੰਹ ਖਾਲਣ ਜੋਗੇ ਨਹੀਂ ਰਹਿਣਗੇ ਜਿਨ੍ਹਾਂ ਨੇ ਸਮਾਜ ਦੇ ਵਿੱਚ, ਦੇਸ਼ ਦੇ ਵਿੱਚ ਨਫ਼ਰਤ ਜਿਹੜੀ ਹੈਗੀ ਆ ਉਹਦੇ ਬੀਜ ਬੀਜੇ ਆ ਔਰ ਨਫ਼ਰਤ ਜਿਹੜੀ ਫੈਲਾਈ ਆ। बिल्कुल, एक शायर ने कहा है कि मजहब नहीं सिखाता आपस में बैर रखना, हिंदी है हम वतन है हिंदुस्तान हमारा। बहुत बहुत शुक्रिया सेखो साहब। थैंक यू जी, थैंक यू वेरी मच। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਡ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।